ਸਾਚਾ ਸਚ ਸੋਈ ਅਵਰ ਨਾ ਕੋਈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸਾਚਾ ਸਚ ਸੋਈ ਅਵਰ ਨਾ ਕੋਈ। ਸੱਚ ਦਾ ਅਰਥ ਹੁੰਦਾ ਹੈ ਜਿਹੜਾ ਨਾਸ ਨਾ ਹੋਵੇ। ਸੱਚ ਕਦੇ ਨਾਸ ਨਹੀਂ ਹੁੰਦਾ, ਸੱਚ ਕਦੇ ਬਦਲਦਾ ਵੀ ਨਹੀਂ, ਸੱਚ ਪਰਿਵਰਤਨਸ਼ੀਲ ਵੀ ਨਹੀਂ ਹੈ। ਤੇ ਝੂਠ ਜਿਹੜਾ ਇਹ ਬਦਲਦਾ ਵੀ ਹੈ, ਝੂਠ ਦਾ ਨਾਸ ਵੀ ਹੁੰਦਾ ਹੈ। ਸੋ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸੱਚ ਸਰੂਪ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਅਵਰ ਨਾ ਕੋਈ, ਹੋਰ ਕੋਈ ਵੀ ਸੱਚ ਨਹੀਂ ਹੈ। ਇਸ ਪਾਵਨ ਸ਼ਬਦ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਸੱਚ ਸਰੂਪ ਦੀ ਵਿਆਪਕਤਾ ਦਰਸਾਈ ਹੈ ਵੀ ਉਹ ਹਰ ਇੱਕ ਘਟ ਦੇ ਅੰਦਰ, ਹਰ ਇੱਕ ਕਣ ਕਣ ਦੇ ਅੰਦਰ ਵਿਆਪਕ ਹੈ। ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਜਪਜੀ ਸਾਹਿਬ ਮੂਲ ਮੰਤਰ ਦਾ ਆਖਰੀ ਤੁਕਾਂ ਦੇ ਅੰਦਰ ਗੁਰੂ ਜੀ ਰਹਿਮਤ ਕਰਦੇ ਨੇ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਦ ਪ੍ਰਾਰੰਭਤਾ ਤੋਂ ਜਿੱਥੋਂ ਕੁਝ ਰਚਿਆ ਗਿਆ ਹੈ ਉੱਥੇ ਵੀ ਸੱਚ ਹੈ, ਉੱਥੋਂ ਸੱਚ ਸ਼ੁਰੂ ਹੋਇਆ ਜੁਗਾਦ, ਫਿਰ ਯੁਗਾਂ ਦੀ ਪ੍ਰਾਰੰਭਤਾ ਹੋ ਗਈ। ਤੇ ਇਹ ਨਹੀਂ ਵੀ ਸੱਚ ਬਦਲ ਗਏ ਜੇ ਯੁੱਗ ਸ਼ੁਰੂ ਹੋ ਗਏ ਨੇ। ਯੁੱਗ ਦਾ ਅਰਥ ਹੈ ਸਮਾਂ। ਪਹਿਲੋਂ ਸਮਾਂ ਹੋਂਦ ਦੇ ਵਿੱਚ ਨਹੀਂ ਸੀ, ਸਮਾਂ ਜਿਹੜਾ ਇਹ ਬਾਅਦ ਦੇ ਵਿੱਚ ਹੋਂਦ ਦੇ ਵਿੱਚ ਆਇਆ ਹੈ। ਅਨਾਦਿ ਪਰਮਾਤਮਾ ਆਦਿ ਤੋਂ ਸੱਚ ਹੈ, ਤੇ ਫਿਰ ਜਦੋਂ ਯੁੱਗ ਹੋਂਦ ਦੇ ਵਿੱਚ ਆਏ ਨੇ, ਸਮਾਂ ਹੋਂਦ ਦੇ ਵਿੱਚ ਆਇਆ, ਉਦੋਂ ਵੀ ਉਹ ਸੱਚ ਹੀ ਰਿਹਾ, ਬਦਲਿਆ ਨਹੀਂ, ਹੈ ਵੀ ਸੱਚ। ਹੁਣ ਜਿਹੜਾ ਵਰਤਮਾਨ ਚੱਲ ਰਿਹਾ ਹੈ ਇਹਦੇ ਵਿੱਚ ਵੀ ਉਹ ਸੱਚ ਹੈ, ਹੁਣ ਵੀ ਨਹੀਂ ਬਦਲਿਆ, ਪਰਿਵਰਤਨਸ਼ੀਲ ਨਹੀਂ ਹੈ। ਹੋਸੀ ਵੀ ਇਸ ਦਾ ਅਰਥ ਹੈ ਅੱਗੇ ਵੀ ਉਹ ਬਦਲੇਗਾ ਨਹੀਂ, ਸੱਚ ਸਰੂਪ ਹੀ ਰਹੇਗਾ। ਸੱਚ ਬਦਲਦਾ ਨਹੀਂ, ਸੱਚ ਨਾਸ਼ ਨਹੀਂ ਹੁੰਦਾ, ਸੱਚ ਪਰਿਵਰਤਨਸ਼ੀਲ ਨਹੀਂ ਹੈ। ਅਸੀਂ ਪਰਿਵਰਤਨਸ਼ੀਲ ਹਾਂ। ਬਚਪਨਾ ਸੀ ਉਦੋਂ ਕੁਝ ਹੋਰ ਸੀ, ਜਵਾਨੀ ਵੇਲੇ ਕੁਝ ਹੋਰ, ਤੇ ਹੁਣ ਵਡੇਪਾ ਕੁਝ ਹੋਰ। ਸਮੇਂ ਦੇ ਨਾਲ ਸਾਡਾ ਸਰੀਰ ਹੀ ਜਿਹੜਾ ਬਦਲ ਗਿਆ, ਉਹ ਇਸ ਤਰ੍ਹਾਂ ਵੀ ਨਹੀਂ ਹੈ ਜਿਸ ਤਰ੍ਹਾਂ ਦਾ ਆਦਿ ਤੋਂ ਸੀ। ਇਤਨੇ ਯੁੱਗ ਜਗਾਂਤਰ ਗੁਜ਼ਰ ਗਏ ਨੇ ਤੇ ਅੱਜ ਵੀ ਉਹ ਉਸੇ ਤਰ੍ਹਾਂ ਸੱਚ ਹੀ ਹੈ, ਅਵਰ ਨਾ ਕੋਈ, ਉਹਦੇ ਵਰਗਾ ਕੋਈ ਹੋਰ ਦੂਜਾ ਨਹੀਂ ਹੈ ਜੀ। ਜਿਸ ਸਿਰ ਜੀਤ ਨਹੀਂ ਗੁਣ ਗੋਈ। ਜਿਸ ਪਰਮਾਤਮਾ ਨੇ ਇਹ ਸਾਰੀ ਸਿਰਜਣਾ ਕੀਤੀ ਹੈ, ਜੋ ਕੁਝ ਵੀ ਬਣਾਇਆ ਗਿਆ ਹੈ ਇਹ ਸਿਰਜਿਆ ਹੋਇਆ ਹੈ, ਤੇ ਉਸ ਪ੍ਰਭੂ ਪਰਮਾਤਮਾ ਦੀ ਇਹ ਸਿਰਜਣਾ ਹੈ। ਤਿੰਨ ਹੀ ਗੁਣ ਗੋਈ, ਉਸੇ ਨੇ ਫਿਰ ਇਹਨੂੰ ਸੰਭਾਲਣਾ ਕੀਤਾ ਹੈ। ਜੋ ਸਿਰਜਣਹਾਰ ਹੈ ਉਹ ਹੀ ਨਾਸ਼ ਕਰਨ ਵਾਲਾ ਹੈ, ਜੋ ਸਿਰਜਣਹਾਰ ਹੈ ਉਹ ਹੀ ਸੰਭਾਲਣ ਵਾਲਾ ਹੈ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਏਕਾ ਮਾਈ ਜੋਗਤ ਵਿਆਈ। ਉਸ ਪ੍ਰਭੂ ਪਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਕਰਨ ਦੇ ਲਈ ਮਾਇਆ ਨੂੰ ਵਿਆਜਿਆ। ਮਾਇਆ ਨੂੰ ਵਿਆਜ ਕੇ ਅੱਗੇ ਫਿਰ ਤਿੰਨ ਚੇਲੇ ਨੇ ਜਿਹੜੇ, ਉਹਨਾਂ ਨੂੰ ਪ੍ਰਵਾਨਗੀ ਮਿਲੀ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇੱਕ ਸੰਸਾਰ ਦੀ ਰਚਨਾ ਕਰਦਾ ਹੈ, ਇੱਕ ਰਚਿਆ ਹੋਇਆਂ ਨੂੰ ਪਾਲਦਾ ਹੈ, ਰੋਜੀ ਰੋਟੀ ਦਿੰਦਾ ਹੈ, ਤੇ ਇੱਕ ਫਿਰ ਸਮਾਂ ਪੂਰਾ ਹੋਣ ਤੇ ਲੈ ਕਰ ਦਿੰਦਾ ਹੈ, ਨਾਸ਼ ਕਰ ਦਿੰਦਾ ਹੈ। ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਤਾ ਹੈ ਜੀ। ਜਿਉ ਭਾਵੈ ਤਿਉ ਰਾਖੋ ਰਹਿਣਾ, ਤੁਮ ਸਿਉ ਕਿਆ ਮੁਕਰਾਈ ਹੈ। ਮੁਕਰਾਈ ਦਾ ਅਰਥ ਹੁੰਦਾ ਮੁੱਕਰ ਜਾਣਾ। ਅਸੀਂ ਆਪਣੇ ਕਰਮਾਂ ਤੋਂ ਮੁੱਕਰ ਨਹੀਂ ਸਕਦੇ। ਇਹ ਨਹੀਂ ਕਹਿ ਸਕਦੇ ਵੀ ਅਸੀਂ ਆਹ ਕਰਮ ਨਹੀਂ ਕੀਤੇ ਤੇ ਸਾਨੂੰ ਇਹ ਸਜ਼ਾ ਨਾ ਮਿਲੇ। ਅਸੀਂ ਉਹ ਕਰਮ ਕੀਤੇ ਹਨ ਤੇ ਕੀਤੇ ਹੋਏ ਕਰਮਾਂ ਦਾ ਜਿਹੜਾ ਗੁਨਾਹ ਹੈ, ਜਿਹੜਾ ਫਲ ਹੈ, ਉਹ ਸਾਨੂੰ ਭੋਗਣਾ ਪੈਣਾ ਹੈ। ਤੁਮ ਸੋ ਕਿਆ ਮੁਕਰਾਈ ਹੈ। ਉਸ ਪ੍ਰਭੂ ਪਰਮਾਤਮਾ ਦੇ ਵੱਲੋਂ ਅਸੀਂ ਮੁੱਕਰ ਨਹੀਂ ਸਕਦੇ। ਜੋ ਅਸੀਂ ਉਸ ਪਰਮਾਤਮਾ ਦੇ ਨਾਲ ਜ਼ਬਾਨ ਕੀਤੀ ਹੈ, ਜੋ ਅਸੀਂ ਕੀਤਾ ਹੈ, ਉਹ ਸਾਨੂੰ
अपने शरीर के उत्ते बनाना पेगा। जो पावे तू राखो रहना। हे सच्चे सतगुरु जी, जिवें तेनों पाउंदा ना उवें तू रखदा ते उवें ही असीं रहिंदे हां। तेरे नाल असीं मुकर नहीं सकदे हां जी। आप पाए आप खपाए। आप ही पैदा करने वाला है ते आप ही तू नाश करने वाला है जी। आपे सिर सिर धंधा लाए। पदैश ते नाश दे विच दा जिहड़ा जीवन है उदों मनुख धंधा करता है। आप उपाय जन्म लै लिया, आप उपाय अंत हो गया। जन्म तो लैके अंत तक का जिहड़ा सफर है इहदे विच मनुख कुछ ना कुछ करता है। आपे सिर सिर धंधा लाए। हे अकाल पुरख वाहिगुरू, आप ही फिर तू सारिਆਂ ਨੂੰ सिरों सिर धंधे जोड़िया होया, धंधिਆਂ ਦੇ ਵਿੱਚ ਲਾਇਆ ਹੋਇਆ है जी। आपे विचारी गुणकारी। आपे मार्ग लाई है। ते आप ही फिर तू गुना वाली विचार दे के ते रस्ते ते तोर लेना है। ये दूसरी पौड़ी है, इन्हू थोड़ा जिहा एक बारी फिर आपां विचारांगे। पहली पौड़ी दे विच उस अकाल पुरख वाहिगुरू दी होंद दसी सी। उस दी होंद है सच। वो सच दी होंद वाला है। जिहदी सच दी होंद होवे कदे नाश नहीं हुंदा। भगत कबीर जी सन, वो सच नाल जुड़े सन। उन्हां नूं गंगा दे विच सट्टिया गया, नहीं मरे। हाथी दे अगे सट्टिया गया, हाथी कुछ नहीं बिगाड़ सकिया। प्रहलाद भगत सन, उन्हां नूं अग दे विच सट्टिया गया, नहीं सड़ सके। क्योंकि सच कदे नाश नहीं हुंदा। पहली पौड़ी दे विच परमात्मा दी होंद दसी, उहदी होंद है सच। दूसरी पौड़ी दे विच असीं जिहड़े जीव हां साडी होंद दसी है। साडी होंद की है? आप उपाय। वो आप ही सानू पैदा करता है, आप उपाय, आप ही फिर सानू नाश करता है। ये साडी होंद है। आपे सिर सिर धंधे लाए ते आप ही वो प्रभु परमात्मा सानू संसारिक धंधिਆਂ ਦੇ ਵਿੱਚ जोड़ दिंदा है। ते हुण फिर भला किवें हुंदा है? आपे विचारी गुणकारी। गुणकारी का अर्थ हुंदा है श्रेष्ठ गुणा वाली। जिहड़ा किसी ते गुण कीता जावे उहनूं आपां कह दिंदे आ बंदा बड़ा गुणकारी है, गुण करदा है। आपे विचारी गुणकारी। आप ही तू रहमत करके गुणा की दात दे के ते आप दियां जिहड़ियां श्रेष्ठ विचारां ने ना उन्हां दे नाल जोड़ देना है। आपे मार्ग लाई है। आप ही फिर तू गुरु मार्ग ते ला लेना है। आप ही मार्ग ते तोड़ देना है। जे असल विच वेखीए ते मनुख दा जिहड़ा जीवन है ना उहदियां विचारां दे उत्ते निर्भर करदा है। उनके अंदर विचारां की चलदियां ने। हर एक मनुख के अंदर कोई ना कोई विचार चलती रहती है। जिस तरह की जिस मनुख के अंदर विचार चलती है उस तरह का उसका जीवन है। जे किसी के अंदर सदीवी यही विचार चलती है भी मैनू कितों ना कितों किसी की कोई गल मिले तो मैं उस गल नूं लैके उनकी निंदिया करा, उन्होंने बेपत करा, समाज दे विच उनकी गल नूं खिलारा, तो फिर ये मनुख जिहड़ा ये निंदक है। इस तरह जे किसी के अंदर लुकाई दे भले की गल चलती है तो हर वक्त अंदर विचार बनया रहिंदा भी कोई ना कोई इस तरह का कर्म करिए जिंदे नाल सारियां दा भला होवे। जिवें कल शब्द आया सी, धन गुरु महाराज जी का फरमान है, सोने की सुई रुपये का धागा 100 नेकी सुई। प्रभु परमात्मा दे नाल जे असी अपने आप नूं सिउणा है ना तो 100 नेकी रोज दी करनी पैगी। ये सुई बनाई है रूप पै का धागा। ते परमात्मा दे विराग दे विच रूप है ना कि हे सच्चे सतगुर अजे भी मेरे तो लुकाई दा भला नहीं होया, परोपकार नहीं होया। नामे का चित हर सुला का। भगत नामदेव जी कहते ने इस तरह प्रभु परमात्मा के चरणों के विच चित लाया जाता है, चित जोड़िया जाता है। सो गुरु जी रहमत करते ने आपे विचारी गुणकारी, किसी नूं चंगी श्रेष्ठ विचार दे के तुसी आप ही
ਗੁਣਕਾਰੀ ਕਰ ਦਿੰਦੇ ਹੋ। ਆਪੇ ਮਾਰਗ ਲਾਈਏ ਤੇ ਆਪ ਹੀ ਫਿਰ ਗੁਰੂ ਮਾਰਗ ਤੇ ਤੋਰਦੇ ਹੋ ਜੀ। ਆਪੇ ਦਾਨਾ ਆਪੇ ਬੀਨਾ ਆਪੇ ਆਪ ਉਪਾਏ ਪਤੀਨਾ। ਆਪੇ ਦਾਨਾ, ਦਾਨਾ ਦਾ ਅਰਥ ਹੁੰਦਾ ਸਿਆਣਾ। ਆਪੇ ਬੀਨਾ, ਬੀਨਾ ਦਾ ਅਰਥ ਹੁੰਦਾ ਅੰਦਰ ਦੀ ਜਾਣਨ ਵਾਲਾ। ਬੀਨਾ ਦਾ ਅਰਥ ਹੈ ਅੰਦਰ ਦੀ ਜਾਣਨ ਵਾਲਾ। ਦਾਨਾ ਦਾ ਅਰਥ ਹੈ ਸਿਆਣਾ। ਜਿਵੇਂ ਕਈ ਸਿਆਣੇ ਮਨੁੱਖ ਹੁੰਦੇ ਨੇ, ਅਸੀਂ ਉਹਨਾਂ ਦੇ ਲਈ ਸ਼ਬਦ ਵਰਤ ਦਿੰਦੇ ਹਾਂ, ਇਹ ਪ੍ਰਾਣੀ, ਇਹ ਮਨੁੱਖ, ਇਹ ਬੰਦਾ, ਜਾਂ ਕਿਸੇ ਦਾ ਨਾਂ ਲੈ ਕੇ ਬੜਾ ਦਾਨਾ ਹੈ, ਬੜਾ ਸਮਝਦਾਰ ਹੈ। ਜਿਹੜਾ ਸਭ ਤੋਂ ਜ਼ਿਆਦਾ ਸਮਝਦਾਰ ਹੋਵੇ ਉਹਨੂੰ ਦਾਨਾ ਆਖਿਆ ਜਾਂਦਾ ਹੈ। ਆਪੇ ਦਾਨਾ, ਉਹ ਅਕਾਲ ਪੁਰਖ ਵਾਹਿਗੁਰੂ ਆਪ ਸਭ ਤੋਂ ਜ਼ਿਆਦਾ ਸਮਝਦਾਰ ਹੈ। ਆਪੇ ਬੀਨਾ, ਤੇ ਉਹ ਸਾਡੇ ਅੰਦਰ ਦੀਆਂ ਜਾਣਦਾ ਹੈ। ਬੀਨਾ ਦਾ ਅਰਥ ਹੈ ਅੰਤਰਜਾਮੀ, ਅੰਦਰ ਦੀ ਜਾਣਨ ਵਾਲਾ। ਅਸੀਂ ਉਹਦੇ ਤੋਂ ਕੁਝ ਲੁਕੋ ਕੇ ਨਹੀਂ ਰੱਖ ਸਕਦੇ। ਆਪੇ ਆਪ ਉਪਾਏ ਪਤੀਨਾ, ਆਪੇ ਆਪ ਉਪਾਏ, ਆਪਣੇ ਆਪ ਉਹ ਪੈਦਾ ਕਰਦਾ ਹੈ। ਪ੍ਰਭੂ ਪਰਮਾਤਮਾ ਆਪਣੇ ਆਪ ਉਹ ਪੈਦਾ ਕਰਦਾ ਹੈ। ਪਤੀਨਾ, ਪਤੀਨਾ ਦਾ ਅਰਥ ਹੈ ਯਕੀਨ ਕਰਨਾ। ਵਾਹਿਗੁਰੂ ਪਰਮਾਤਮਾ ਸਾਡੇ ਤੇ ਯਕੀਨ ਭਰੋਸਾ ਕਰਕੇ ਨਾ ਸਾਡੇ ਤੇ ਪਤੀਜ ਕੇ ਸਾਨੂੰ ਪੈਦਾ ਕਰਦਾ ਹੈ। ਤੇ ਵੇਖੋ, ਜਿਸ ਪਰਮਾਤਮਾ ਨੇ ਸਾਡੇ ਤੇ ਯਕੀਨ ਕੀਤਾ ਵੀ ਇਹ ਦੁਨੀਆ ਦੇ ਅੰਦਰ ਜਾਏਗਾ ਤੇ ਲੋਕਾਈ ਦਾ ਭਲਾ ਕਰੇਗਾ, ਨਾਮ ਜਪੇਗਾ, ਸਿਮਰਨ ਕਰੇਗਾ, ਚੰਗਾ ਕਰੇਗਾ, ਤੇ ਅਸੀਂ ਉਹਦੇ ਯਕੀਨ ਨੂੰ ਕਿੰਨਾ ਕੁ ਤੋੜਿਆ ਹੋਇਆ ਹੈ। ਅਸੀਂ ਉਸ ਪਰਮਾਤਮਾ ਦੇ ਯਕੀਨ ਨੂੰ ਤੋੜਿਆ। ਤੇ ਜਿਹੜਾ ਕਿਸੇ ਦੇ ਯਕੀਨ ਨੂੰ ਤੋੜ ਦੇਵੇ, ਕਿਸੇ ਦੇ ਵਿਸ਼ਵਾਸ ਨੂੰ ਤੋੜ ਦੇਵੇ, ਉਹਨੂੰ ਆਖਦੇ ਨੇ ਵਿਸ਼ਵਾਸਘਾਤੀ, ਵੀ ਇਹਨੇ ਭਰੋਸੇ ਦਾ ਨਾਸ ਕਰ ਦਿੱਤਾ ਹੈ। ਘਾਤੀ ਦਾ ਅਰਥ ਹੁੰਦਾ ਹੈ ਘਾਤ ਕਰਨਾ, ਕਤਲ ਕਰਨਾ, ਮਾਰਨਾ। ਇਹਨੇ ਭਰੋਸਾ ਹੀ ਮਾਰ ਦਿੱਤਾ ਹੈ। ਪਰ ਪ੍ਰਭੂ ਪਰਮਾਤਮਾ ਸਾਡੇ ਤੇ ਯਕੀਨ ਕਰਕੇ ਸਾਨੂੰ ਪੈਦਾ ਕਰਦਾ ਹੈ ਵੀ ਮੈਂ ਇਹਨੂੰ ਆਪਣੀ ਦੁਨੀਆ ਦੇ ਵਿੱਚ, ਇਸ ਬਾਗ ਦੇ ਵਿੱਚ ਲਾਉਣ ਲੱਗਾ ਤੇ ਇਹ ਮੇਰੇ ਬਾਗ ਨੂੰ ਉਜਾੜੇਗਾ ਨਹੀਂ, ਮੇਰੇ ਬਾਗ ਦੇ ਵਿੱਚ ਗੰਦਗੀ ਨਹੀਂ ਫੈਲਾਏਗਾ। ਆਪੇ ਆਪ ਉਪਾਏ ਪਤੀਨਾ, ਤੇ ਸਾਨੂੰ ਇਹ ਗੰਦਗੀ ਫੈਲਾਉਣੀ ਵੀ ਨਹੀਂ ਚਾਹੀਦੀ। ਉਸ ਪਰਮਾਤਮਾ ਦੇ ਬਣਾਏ ਹੋਏ ਇਸ ਬਾਗ ਦੇ ਅੰਦਰ ਅਸੀਂ ਵੀ ਇੱਕ ਬੂਟੇ ਹਾਂ, ਤੇ ਸਾਨੂੰ ਵੀ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਪਾਣੇ ਦੇ ਵਿੱਚ ਰਹਿਣਾ ਚਾਹੀਦਾ ਹੈ ਜੀ। ਆਪੇ ਕੌਣ ਪਾਣੀ ਪੈ ਸੰਤਰ ਆਪੇ ਮੇਲ ਮਿਲਾਈ ਹੈ। ਇਹ ਪੰਜ ਤੱਤ ਨੇ, ਪੌਣ, ਹਵਾ, ਪਾਣੀ, ਪਾਣੀ ਹੈ ਬਸੰਤਰ, ਅੱਗ ਨੂੰ ਕਹਿੰਦੇ ਨੇ, ਅੱਗੇ ਮਿੱਟੀ ਤੇ ਆਕਾਸ਼। ਇਹ ਪੰਜ ਤੱਤ ਨੇ। ਆਪੇ, ਪੌਣ, ਪਾਣੀ, ਬਸੰਤਰ, ਆਪੇ ਮੇਲ ਮਿਲਾਈ ਹੈ। ਇਹ ਪੰਜਾਂ ਤੱਤਾਂ ਦਾ ਮੇਲ ਹੋ ਕੇ ਅਸੀਂ ਬਣੇ ਹਾਂ। ਪੰਜ ਤੱਤ ਨੇ, ਇਹ ਪੰਜਾਂ ਤੱਤਾਂ ਦੇ ਮੇਲ ਤੋਂ ਉਸ ਪ੍ਰਭੂ ਪਰਮਾਤਮਾ ਨੇ ਸਾਨੂੰ ਬਣਾਇਆ ਹੈ। ਆਪੇ ਆਪ ਉਪਾਏ ਪਤੀਨਾ, ਆਪ ਉਸਨੇ ਪੈਦਾ ਕਰਕੇ ਸਾਡੇ ਤੇ ਭਤੀਜਿਆ ਹੋਇਆ ਹੈ। ਆਪੇ ਦਾਨਾ, ਆਪੇ ਬੀਨਾ, ਆਪ ਹੀ ਸਭ ਤੋਂ ਸਿਆਣਾ ਤੇ ਅੰਤਰਜਾਮੀ ਹੈ ਜੀ। ਆਪੇ ਸਸ ਸੂਰਾ ਪੂਰੋ ਪੂਰਾ ਆਪੇ ਗਿਆਨ ਧਿਆਨ ਕਰ ਸੂਰਾ। ਦਾਸ ਨੇ ਪ੍ਰਾਰੰਭਤਾ ਦੇ ਅੰਦਰ ਦੱਸਿਆ ਸੀ ਇਹ ਪਾਵਨ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਦਾ। ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਨਾਨਕ ਦੇਵ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਿਆਪਕਤਾ ਦੱਸੀ ਹੈ। ਆਪੇ ਸੱਸ, ਸੱਸ ਕਹਿੰਦੇ ਨੇ ਚੰਦ ਨੂੰ, ਸੂਰਾ, ਸੂਰ ਕਹਿੰਦੇ ਨੇ ਸੂਰਜ ਨੂੰ, ਪੂਰੋ ਪੂਰਾ, ਉਹ ਪ੍ਰਭੂ ਪਰਮਾਤਮਾ ਆਪ ਹੀ ਚੰਦ ਰੂਪ ਹੈ ਤੇ ਆਪ ਹੀ ਸੂਰਜ ਰੂਪ ਹੈ। ਭਾਵ ਇਹਨਾਂ ਦੇ ਵਿੱਚ ਵੀ ਉਹ ਆਪ ਵਿਆਪਕ ਹੈ ਤੇ ਇਹਨਾਂ ਨੂੰ ਆਪ ਉਹ ਪ੍ਰਭੂ ਪਰਮਾਤਮਾ ਬਣਾਉਣ ਵਾਲਾ ਪੂਰੋ ਪੂਰਾ ਤੇ ਉਹ ਪਰਿਪੂਰਨ ਹੈ ਜੀ। ਆਪੇ ਗਿਆਨ ਧਿਆਨ ਗੁਰ ਸੂਰਾ, ਆਪੇ ਗਿਆਨ ਧਿਆਨ ਗੁਰ ਸੂਰਾ, ਆਪ ਹੀ ਸੂਰਮਾ ਗੁਰੂ ਹੈ, ਗਿਆਨ ਧਿਆਨ ਦੇ ਵਿੱਚ ਪੂਰਾ ਹੈ ਜੀ। ਕਾਲ ਜਾਲ ਸਮਝੋ ਹੀਨ ਸਾਕੈ ਸਾਚੇ ਸਿਉ ਲਿਵਲਾਈ ਹੈ। ਜਿਹੜਾ ਵੀ ਗੁਰਮੁਖ ਪਿਆਰਾ ਸੱਚੇ ਸਤਿਗੁਰ ਦੇ ਨਾਲ ਪ੍ਰੀਤ ਲਾ ਲੈਂਦਾ ਹੈ, ਉਹਨੂੰ ਫਿਰ ਕਾਲ ਕਹਿੰਦੇ ਨੇ, ਸਮਾਂ, ਜਾਲ ਕਹਿੰਦੇ ਨੇ। ਫਸਾਉਣ ਵਾਲਾ ਇੱਕ ਸਾਧਨ ਹੈ, ਉਹਨੂੰ ਜਾਲ ਆਖਿਆ ਜਾਂਦਾ ਹੈ। ਜਿਵੇਂ ਮੱਛੀਆਂ ਨੂੰ ਫਸਾਉਣ ਦੇ ਲਈ ਜਾਲ ਹੁੰਦਾ ਹੈ, ਇਸੇ ਤਰ੍ਹਾਂ ਕਾਲ ਦੇ ਪਾਸ ਵੀ ਇੱਕ ਜਾਲ ਹੈ ਜਿਹੜਾ ਸਾਨੂੰ ਜੀਵਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਲੈਂਦਾ ਹੈ।
ਕਾਲ ਜਾਲ ਜਮ ਜੋਹਿ ਨ ਸਾਕੈ, ਸਾਚੇ ਸਿਉ ਲਿਵ ਲਾਈ ਹੈ। ਜਿਹੜਾ ਵੀ ਗੁਰਮੁਖ ਪਿਆਰਾ ਸੱਚੇ ਸਤਿਗੁਰ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ, ਅੰਮ੍ਰਿਤ ਵੇਲੇ ਉੱਠਦਾ ਹੈ, ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਬੈਠ ਜਾਂਦਾ ਹੈ, ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਸ਼ੁਰੂ ਕਰ ਲੈਂਦਾ ਹੈ, ਫਿਰ ਉਹ ਕਾਲ ਦੇ ਜਾਲ ਦੇ ਵਿੱਚ ਨਹੀਂ ਫਸਦਾ। ਜਿਹੜਾ ਕਾਲ ਦੇ ਜਾਲ ਦੇ ਵਿੱਚ ਨਹੀਂ ਫਸਦਾ, ਜਮ ਜੋਏ ਨਾ ਸਾਕੇ, ਉਹਨੂੰ ਫਿਰ ਜਮ ਨੇ ਨਾ ਜਿਹੜੇ ਇਹ ਸਪਰਸ਼ ਵੀ ਨਹੀਂ ਕਰ ਸਕਦੇ। ਸਜ਼ਾ ਤਾਂ ਦੇਣੀ ਬੜੀ ਦੂਰ ਦੀ ਗੱਲ ਰਹਿ ਗਈ, ਇਹ ਉਹਨੂੰ ਹੱਥ ਵੀ ਨਹੀਂ ਲਾ ਸਕਦੇ, ਛੂਹ ਵੀ ਨਹੀਂ ਸਕਦੇ। ਹਾਂਜੀ। ਆਪੇ ਪੁਰਖ ਆਪੇ ਹੀ ਨਾਰੀ, ਆਪੇ ਪਾਸਾ ਆਪੇ ਸਾਰੀ। ਪੁਰਖ ਦੇ ਅੰਦਰ ਵੀ ਆਪ ਵਿਆਪਕ ਹੈ ਤੇ ਔਰਤ ਦੇ ਅੰਦਰ ਵੀ ਆਪ ਵਿਆਪਕ ਹੈ। ਪਾਸਾ ਇੱਕ ਖੇਡ ਦਾ ਨਾਂ ਹੈ, ਇਹ ਇੱਕ ਖੇਡ ਹੈ ਪਾਸੇ ਦੀ। ਅੱਜ ਕੱਲ੍ਹ ਇਹ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ। ਪੁਰਾਣੇ ਸਮਿਆਂ ਦੇ ਵਿੱਚ ਇੱਕ ਕੱਪੜਾ ਲੈ ਕੇ ਉਹਦੇ ਉੱਤੇ ਦਰਜੀ ਤੋਂ ਹੋਰ ਲੀਡ ਦੇ ਨਾਲ ਇਹ ਖੇਡ ਬਣਾਈ ਜਾਂਦੀ ਸੀ। ਜਿਵੇਂ ਕਿਸੇ ਨੇ 12 ਟਹਿਣੀ ਹੈ ਉਹ ਖੇਡੀ ਹੋਵੇ, ਅਕਲ ਮਾਰ 12 ਟਹਿਣੀ, ਇਹ ਸਾਰੀਆਂ ਖੇਡਾਂ ਨੇ ਨਾ ਜਿਹੜੀਆਂ ਅਲੋਪ ਹੋ ਗਈਆਂ ਨੇ। ਅੱਜ ਕੱਲ੍ਹ ਦੇ ਬੱਚੇ ਨਹੀਂ ਜਾਣਦੇ। ਪਹਿਲੂ ਅਕਲ ਮਾਰ 12 ਟਹਿਣੀ ਪਾਸਾ ਇਹ ਖੇਡਾਂ ਖੇਡੀਆਂ ਜਾਂਦੀਆਂ ਸਨ। ਇਹਨਾਂ ਖੇਡਾਂ ਨੂੰ ਖੇਡਣ ਦੇ ਲਈ ਸਾਫ਼ ਥਾਂ ਤੇ ਧਰਤੀ ਦੇ ਉੱਤੇ ਲੀਕਾਂ ਮਾਰ ਕੇ ਤੇ ਵੱਖੋ ਵੱਖਰੀਆਂ ਗੀਟੀਆਂ ਲੈ ਕੇ ਵੀ ਖੇਡੀਆਂ ਜਾਂਦੀਆਂ ਸਨ। 12 ਟਹਿਣੀ ਦੇ ਵਿੱਚ 12 ਟਹਿਣਾ ਹੁੰਦੀਆਂ ਸਨ, ਦੋਵੇਂ ਪਾਸੇ 12 12 25 ਇਹਦੇ ਖਾਨੇ ਹੁੰਦੇ ਸਨ। ਅਕਲ ਬਾਰ ਦੇ ਵਿੱਚ 3-3 ਗੀਟੀਆਂ ਹੁੰਦੀਆਂ ਨੇ ਦੋਵਾਂ ਪਾਸਿਆਂ ਤੇ ਇਸ ਦੇ ਖਾਨੇ ਨੇ ਜਿਹੜੇ ਇਹਦੇ 9 ਹੁੰਦੇ ਨੇ। ਇਸੇ ਤਰ੍ਹਾਂ ਪਾਸਾ ਜਿਹੜਾ ਇਹਦੇ 4 ਘਰ ਹੁੰਦੇ ਨੇ, 4 ਜਣੇ ਖੇਡ ਸਕਦੇ ਨੇ। 4 ਘਰਾਂ ਦੇ ਵਿੱਚ ਆਪੋ ਆਪਣੀਆਂ 3-3 ਗੀਟੀਆਂ ਰੱਖ ਕੇ ਤੇ ਪਾਸਾ ਜਿਹੜਾ ਇਹ ਕੱਪੜੇ ਦੇ ਉੱਤੇ ਸਿਉਂ ਕੇ ਇੱਕ ਤਰੀਕੇ ਦੇ ਨਾਲ ਖੇਡ ਬਣਾਈ ਜਾਂਦੀ ਹੈ। ਹੱਥ ਦੇ ਵਿੱਚ ਕੌਡੀਆਂ ਹੁੰਦੀਆਂ ਨੇ ਜਾਂ ਬਾਂਸ ਦੇ ਜਿਹੜੇ ਨੇ ਨਾ ਉਹ ਸਰਾਂ ਬਣਾਈਆਂ ਜਾਂਦੀਆਂ ਨੇ। ਚੱਲਣ ਵਾਲੀਆਂ ਜਿਹੜੀਆਂ ਗੋਡੀਆਂ ਨੇ ਉਹਨੂੰ ਸਾਰੀ ਵੀ ਆਖਦੇ ਨੇ ਤੇ ਨਾਰਦ ਵੀ ਆਖਦੇ ਨੇ। ਇਸ ਸੰਸਾਰ ਦੀ ਰਚਨਾ ਨਾ ਜਿਹੜੀ ਇਹ ਪਾਸੇ ਵਰਗੀ ਹੈ। ਜਿਹੜੀ ਪਾਸੇ ਦੀ ਖੇਡ ਹੈ, ਗੁਰਬਾਣੀ ਦੇ ਅੰਦਰ ਇਹਦਾ ਬੜਾ ਜ਼ਿਕਰ ਹੁੰਦਾ, ਪਰ ਮੈਂ ਕਰਾਂ ਕਿ ਮੈਨੂੰ ਇਹ ਸਮਝਾਉਣ ਦਾ ਥੋੜਾ ਢੰਗ ਨਹੀਂ ਆ ਰਿਹਾ ਵੀ ਮੈਂ ਕਿਹੜੇ ਤਰੀਕੇ ਨਾਲ ਸਮਝਾਵਾਂ। ਸਮਝਿਆ ਤਾਂ ਜਾਏਗਾ ਜੇ ਉਸੇ ਤਰ੍ਹਾਂ ਧਰਤੀ ਦੇ ਉੱਤੇ ਲੈਣਾ ਮਾਰ ਕੇ ਖੇਡ ਕੇ ਵਿਖਾਇਆ ਜਾਵੇ। ਫਿਰ ਇਹਦੇ 'ਚ ਕੀ ਹੁੰਦਾ ਹੈ, ਇੱਕ ਗੀਟੀ ਹੈ ਨਾ ਜਿਹੜੀ ਉਹ ਦੂਜੀ ਗੀਟੀ ਨੂੰ ਮਾਰਦੀ ਹੈ। 2 ਵਿਰੋਧੀ ਨੇ, ਇੱਕ ਦੀਆਂ 2 ਗੀਟੀਆਂ ਨੇ ਤੇ ਦੂਜੇ ਦੀ ਗੀਟੀ ਫਿਰ ਨਹੀਂ ਮਾਰ ਸਕੇਗੀ। ਜੇ ਇੱਕ ਗੀਟੀ ਚੱਲ ਰਹੀ ਹੈ, ਇੱਕ ਨਾਰਦ ਚੱਲ ਰਹੀ ਹੈ ਤੇ ਮਗਰਲੀ ਨਾਰਦ ਨਾਲ ਰਲ ਗਈ ਤੇ ਉਹਨੇ ਇਹਨੂੰ ਮਾਰ ਦੇਣਾ ਹੈ। ਜਿਹੜਾ 5ਵਾਂ ਘਰ ਹੁੰਦਾ ਵਿਚਾਲੇ ਜਦੋਂ ਉੱਥੇ ਪਹੁੰਚ ਗਈ ਨਾ ਫਿਰ ਇਹ ਪੱਕ ਗਈ। ਕਹਿੰਦੇ ਨਾਰਦ ਪੱਕ ਗਈ, ਹੁਣ ਮਰੇਗੀ ਨਹੀਂ। ਜਿੰਦੀਆਂ ਸਾਰੀਆਂ ਪੱਕ ਜਾਂਦੀਆਂ ਨੇ ਉਹ ਜਿੱਤ ਜਾਂਦਾ ਹੈ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇੱਥੇ ਪਾਸੇ ਦੀ ਖੇਡ ਦੇ ਨਾਲ ਸਮਝਾਉਣ ਦਾ ਯਤਨ ਕੀਤਾ। ਆਪੇ ਪਾਸਾ ਆਪੇ ਸਾਰੀ, ਆਪ ਹੀ ਪ੍ਰਭੂ ਪਰਮਾਤਮਾ ਨੇ ਇਸ ਸੰਸਾਰ ਦੀ ਜਿਹੜੀ ਖੇਡ ਬਣਾਈ ਹੈ ਪਾਸੇ ਵਰਗੀ ਹੈ ਤੇ ਅਸੀਂ ਜਿਹੜਿਆਂ ਨਾਰਦ ਦੀ ਤਰ੍ਹਾਂ ਹਾਂ। ਜਿਹੜਾ ਗੁਰੂ ਚਰਨਾਂ ਤੱਕ ਪਹੁੰਚ ਜਾਂਦਾ ਉਹ ਪੱਕ ਜਾਂਦਾ, ਦੂਜਾ ਜੰਮਣ ਮਰਨ ਦੇ ਵਿੱਚ ਪਿਆ ਰਹਿੰਦਾ ਹੈ ਜੀ। ਆਪੇ ਪਿੜ ਬਾਧੀ ਜਗ ਖੇਲੈ, ਆਪੇ ਕੀਮਤ ਪਾਈ ਹੈ। ਆਪ ਹੀ ਉਹ ਪ੍ਰਭੂ ਪਰਮਾਤਮਾ ਜਿਹੜਾ ਉਹਨੇ ਇਹ ਪੇੜ ਬਾਧੀ, ਜਿੱਥੇ 4 ਜਣੇ ਬਹਿ ਕੇ ਖੇਡਦੇ ਨੇ ਨਾ ਉਹਨੂੰ ਫਿਰ ਆਖਦੇ ਨੇ ਪੇੜ ਵੱਧ ਗਿਆ। ਅੱਜ ਕੱਲ੍ਹ ਤਾਸ਼ ਤਾਂ ਖੇਡਦੇ ਨੇ, ਪਰ ਇਹ ਖੇਡ ਜਿਹੜੀ ਬਜ਼ੁਰਗ ਨਹੀਂ ਖੇਡਦੇ, ਇਹਦੇ ਤੇ ਥੋੜ੍ਹਾ ਜਿਹਾ ਦਿਮਾਗ ਅਕਲ ਜ਼ਿਆਦਾ ਲਾਉਣੀ ਪੈਂਦੀ ਹੈ। ਸੰਸਾਰ ਹੈ ਜਿਹੜਾ ਸਾਰਾ ਖੇਡ ਰਿਹਾ, ਆਪੇ ਕੀਮਤ ਪਾਈ ਹੈ। ਆਪ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਕੀਮਤ ਹੈ ਜਿਹੜੀ, ਭਾਵ ਇਹ ਖੇਡ ਹੈ ਜਿਹੜੀ, ਇਹਦਾ ਨਤਾਰਾ ਕਰਨਾ ਹੁੰਦਾ ਹੈ ਜੀ। ਆਪੇ ਭਵਰ ਫੁੱਲ ਫਲ ਤਰਵਰ, ਆਪੇ ਜਲ ਥਲ ਸਾਗਰ ਸਰਵਰ। ਆਪੇ ਭਵਰ, ਭਵਰ ਇੱਕ ਛੋਟਾ ਜਿਹਾ ਜੀਵ ਹੈ ਜਿਹੜਾ ਫੁੱਲਾਂ ਦੇ ਉੱਤੇ ਸੁਗੰਧੀ ਲੈਂਦਾ ਰਹਿੰਦਾ ਹੈ। ਇਹਦੀ ਖੁਰਾਕ ਹੀ ਸੁਗੰਧੀ ਹੈ, ਸ਼ਾਇਦ ਇਹ ਕੁਝ ਹੋਰ ਨਹੀਂ ਖਾਂਦਾ, ਕੇਵਲ ਸੁਗੰਧੀ ਦੇ ਨਾਲ ਹੀ ਇਸ ਦਾ ਜੀਵਨ ਚੱਲਦਾ ਹੈ। ਆਪੇ ਭਵਰ ਫੁੱਲ ਫਲ ਤਰਵਰ, ਤਰਵਰ ਆਖਦੇ ਨੇ ਰੁੱਖ ਨੂੰ, ਫਲ ਨੂੰ ਆਖਦੇ ਨੇ ਫੁੱਲ, ਰੁੱਖ ਨੂੰ ਜਿਹੜਾ ਫੁੱਲ ਲੱਗ
ਆਪ ਹੀ ਪ੍ਰਭੂ ਪਰਮਾਤਮਾ ਭਵਰਾ ਹੈ, ਆਪ ਹੀ ਭਾਵ ਭਵਰ ਦੇ ਵਿੱਚ ਉਹ ਹੈ ਤੇ ਫੁੱਲ ਦੇ ਵਿੱਚ ਵੀ, ਫਲ ਦੇ ਵਿੱਚ ਵੀ, ਰੁੱਖ ਦੇ ਵਿੱਚ ਵੀ ਉਹੀ ਹੈ ਜੀ। ਆਪੇ ਮਾਸ ਕਛ ਕਰਨੀ ਤੇਰਾ, ਰੂਪ ਲਖਣਾ ਜਾਈਏ। ਆਪੇ ਜਲ ਥਲ ਸਾਗਰ ਸਰਵਰ, ਆਪ ਹੀ ਉਹ ਪਾਣੀ ਦੇ ਵਿੱਚ ਰਹਿਣ ਵਾਲੇ ਜੀਵਾਂ ਦੇ ਵਿੱਚ, ਆਪ ਹੀ ਉਹ ਸੁੱਕੀ ਥਾਂ ਤੇ ਰਹਿਣ ਵਾਲੇ ਜੀਵਾਂ ਦੇ ਵਿੱਚ ਹੈ। ਸਾਗਰ ਸਰਵਰ, ਸਰੋਵਰ ਦੇ ਵਿੱਚ ਵੀ, ਸਰੋਵਰ ਰੂਪ ਵੀ ਆਪੇ, ਸਾਗਰ ਰੂਪ ਵੀ ਆਪੇ। ਆਪੇ ਮੱਛ ਕਛ ਕਰਨੀ ਕਰ, ਆਪ ਹੀ ਮੱਛ ਅਵਤਾਰ ਆਇਆ ਹੈ ਤੇ ਆਪ ਹੀ ਕੱਛ ਅਵਤਾਰ ਆਇਆ ਹੈ। ਮੱਛ ਅਵਤਾਰ ਹੋ ਕੇ ਜਦੋਂ ਪਰਲੋ ਆਈ ਸੀ, ਉਸ ਪ੍ਰਭੂ ਪਰਮਾਤਮਾ ਨੇ ਰੱਖਿਆ ਕੀਤੀ ਸੀ ਕੁਝ ਜੀਵਾਂ ਦੀ ਕਿ ਅੱਗੇ ਜਿਹੜੀ ਸ੍ਰਿਸ਼ਟੀ ਇਹਦੀ ਰਚਨਾ ਫਿਰ ਚੱਲ ਸਕੇ। ਤੇ ਕੱਛ ਅਵਤਾਰ ਧਾਰਨ ਕਰਕੇ ਜਦੋਂ ਸਮੁੰਦਰ ਨੂੰ ਰਿੜਕਿਆ ਸੀ, ਉਦੋਂ ਜਿਹੜਾ ਮੇਰ ਪਰਬਤ ਸੀ ਉਹਦੇ ਥੱਲੇ ਆਸਰਾ ਬਣਿਆ ਸੀ। ਕਰਨੀ ਕਰ, ਇਹ ਸਾਰੀ ਕਰਨੀ ਦਾ ਮਾਲਕ ਆਪ ਹੈ। ਤੇਰਾ ਰੂਪ ਨਾ ਲਖਣਾ ਜਾਈਏ, ਹੇ ਪ੍ਰਮਾਤਮਾ ਤੇਰੇ ਰੂਪ ਦਾ ਅੰਤ ਨਹੀਂ ਪਾਇਆ ਜਾ ਸਕਦਾ ਹੈ ਜੀ। ਆਪੇ ਦਿਨਸ ਆਪੇ ਹੀ ਰਹਿਣੀ, ਆਪ ਭਤੀਜੈ ਗੁਰ ਕੀ ਬੈਣੀ। ਆਪ ਹੀ ਦਿਨ ਰੂਪੇ ਤੇ ਆਪ ਹੀ ਰਾਤ ਰੂਪ ਹੈ, ਭਾਵ ਗਿਆਨ ਰੂਪ ਵੀ ਆਪੇ ਤੇ ਅੰਧੇਰਾ ਰੂਪ ਵੀ ਆਪੇ। ਆਪ ਭਤੀਜੇ ਗੁਰ ਕੀ ਬੈਣੀ, ਇਹ ਗੁਰੂ ਦੀ ਬਾਣੀ ਹੈ। ਬੈਣੀ ਦਾ ਅਰਥ ਹੈ ਬਾਣੀ, ਇਹ ਗੁਰੂ ਦੀ ਬਾਣੀ ਹੈ ਜੋ ਆਪਾਂ ਵਿਚਾਰ ਰਹੇ ਹਾਂ। ਆਪ ਭਤੀਜੇ, ਗੁਰੂ ਦੀ ਬਾਣੀ ਦੇ ਨਾਲ ਆਪ ਹੀ ਗੁਰਸਿੱਖ ਦੇ ਉੱਤੇ ਭਤੀਜ ਜਾਂਦਾ ਹੈ, ਖੁਸ਼ ਹੋ ਜਾਂਦਾ ਹੈ। ਜਦੋਂ ਗੁਰਮੁਖ ਪਿਆਰਾ ਗੁਰੂ ਦੀ ਬਾਣੀ ਨੂੰ ਪੜ੍ਹਦਾ ਹੈ, ਗੁਰੂ ਦੀ ਬਾਣੀ ਨੂੰ ਵਿਚਾਰਦੇ ਹਾਂ, ਗੁਰੂ ਦੀ ਬਾਣੀ ਦਾ ਗਾਇਨ ਕਰਦੇ ਹਾਂ ਤੇ ਪ੍ਰਭੂ ਪਰਮਾਤਮਾ ਪ੍ਰਸੰਨ ਹੁੰਦਾ ਹੈ ਜੀ। ਆਦ ਜੁਗਾਦ ਅਨਾਹਦ ਅਨੰਦਿਨ, ਘਟ ਘਟ ਸ਼ਬਦ ਰਜਾਈ ਹੈ। ਆਦ ਤੋਂ ਜਿੱਥੋਂ ਰਚਨਾ ਚੱਲਦੀ ਹੈ, ਜੁਗਾਦ ਜੁਗ ਦੇ ਪ੍ਰਾਰੰਭ, ਅਨਾਹਦ ਇਹ ਧੁਨ ਹੈ ਹਰ ਇੱਕ ਮਨੁੱਖ ਦੇ ਅੰਦਰ ਚੱਲਦੀ। ਅਣਦਿਨ ਘਟ ਘਟ ਸ਼ਬਦ ਰਜਾਈ ਹੈ, ਉਹਦੀ ਰਜਾ ਕਰਕੇ ਹਰ ਇੱਕ ਗੁਰਮੁਖ ਪਿਆਰੇ ਦੇ ਅੰਦਰ ਅਨਾਹਦ ਸ਼ਬਦ ਚੱਲ ਰਿਹਾ ਹੈ ਦਿਨ ਤੇ ਰਾਤ ਜੀ। ਆਪੇ ਰਤਨ ਅਨੂਪ ਮੋਲੋ, ਆਪੇ ਪਰਖੇ ਪੂਰਾ ਤੋਲੋ। ਆਪ ਹੀ ਰਤਨ ਰੂਪ ਅਨੂਪ, ਬੜੀ ਸੁੰਦਰਤਾਈ ਵਾਲਾ ਅਮੋਲੋ, ਅਮੋਲਕ ਹੈ। ਆਪੇ ਪਰਖੇ ਪੂਰਾ ਤੋਲੋ, ਆਪ ਹੀ ਫਿਰ ਪਰਖ ਕਰਦਾ ਤੇ ਪੂਰਾ ਤੋਲਦਾ ਹੈ। ਆਪੇ ਰਤਨ ਅਨੂਪ ਅਮੋਲੋ, ਇਹਨੂੰ ਇਸ ਤਰ੍ਹਾਂ ਸਮਝ ਲਈਏ, ਪ੍ਰਭੂ ਪਰਮਾਤਮਾ ਦੇ ਜਿਹੜੇ ਗੁਣ ਨੇ ਨਾ ਉਹ ਬੇਸ਼ੁਮਾਰ ਨੇ। ਕਿਸੇ ਗੁਰਮੁਖ ਪਿਆਰੇ ਦੇ ਅੰਦਰ ਆਪਣੇ ਸਾਰੇ ਗੁਣਾਂ ਦੀ ਦਾਤ ਦੇ ਕਰਕੇ ਉਹਨੂੰ ਰਤਨ ਦੀ ਤਰ੍ਹਾਂ ਅਮੋਲਕ ਤੇ ਸੁੰਦਰ ਬਣਾ ਦਿੰਦਾ ਹੈ। ਜਿਵੇਂ ਰਤਨ ਹੈ, ਇਹਨੂੰ ਬੜਾ ਅਮੋਲਕ ਤੇ ਸੁੰਦਰ ਮੰਨਿਆ ਗਿਆ ਹੈ, ਉਸੇ ਤਰ੍ਹਾਂ ਉਸ ਪਰਮਾਤਮਾ ਦੇ ਗੁਣ ਨੇ ਜਿਹੜੇ ਬੜੇ ਅਮੋਲਕ ਨੇ, ਬੜੇ ਸੁੰਦਰ ਨੇ। ਪ੍ਰਭੂ ਪਰਮਾਤਮਾ ਆਪਣੇ ਗੁਣਾਂ ਦੀ ਦਾਤ ਦੇ ਕੇ ਅਮੋਲਕ ਤੇ ਸੁੰਦਰ ਬਣਾਉਣ ਵਾਲਾ ਵੀ ਆਪ ਹੈ। ਆਪੇ ਪਰਖੇ, ਆਪਣੇ ਗੁਣ ਬਖਸ਼ ਕੇ ਆਪ ਹੀ ਅਮੋਲਕ ਰਤਨ ਸੁੰਦਰ ਬਣਾ ਕੇ ਆਪ ਹੀ ਫਿਰ ਉਸ ਗੁਰਸਿੱਖ ਦੀ ਪਰਖ ਵੀ ਕਰਦਾ ਹੈ। ਪੂਰਾ ਤੋਲੋ, ਤੇ ਆਪ ਹੀ ਫਿਰ ਦੇਖਦਾ ਉਹਨੂੰ ਤੋਲ ਕੇ ਵੀ ਇਹ ਪੂਰਾ ਹੈ ਜਾਂ ਅਜੇ ਨਹੀਂ ਹੋਇਆ ਹੈ ਜੀ। ਆਪੇ ਕਿਸ ਜੀ ਕਸ ਬਖਸ਼ੀ, ਆਪੇ ਦੀਦਾ ਭਾਈ ਹੈ। ਆਪ ਹੀ ਫਿਰ ਕਿਰਪਾ ਕਰਦਾ ਹੈ, ਬਖਸ਼ ਲੈਂਦਾ। ਆਪੇ ਹੀ ਕਿਸ ਹੀ ਕਸ ਬਖਸ਼ੇ, ਆਪ ਹੀ ਕਿਰਪਾ ਕਰਦਾ ਫਿਰ ਆਪਣੇ ਗੁਰਸਿੱਖਾਂ ਨੂੰ ਬਖਸ਼ ਲੈਂਦਾ। ਆਪੇ ਦੇ ਲੈ ਭਾਈ ਹੈ, ਇਹ ਗੁਰਮੁਖ ਪਿਆਰਿਓ ਆਪੇ ਹੀ ਦੇਣ ਵਾਲਾ ਤੇ ਆਪੇ ਹੀ ਫਿਰ ਲੈਣ ਵਾਲਾ ਹੈ ਜੀ। ਆਪੇ ਧਨਖ ਆਪੇ ਸਰਬਾਣਾ, ਆਪੇ ਸੁਗੜ ਸਰੂਪ ਸਿਆਣਾ। ਧਨਖ ਕਹਿੰਦੇ ਨੇ ਧਨੁਖ ਨੂੰ ਜਿੰਦੇ ਵਿੱਚ ਤੀਰ ਚਲਾਇਆ ਜਾਂਦਾ, ਸਰਬਾਣਾ ਕਹਿੰਦੇ ਨੇ ਬਾਣ ਨੂੰ। ਪ੍ਰਭੂ ਪਰਮਾਤਮਾ ਜਿਹੜਾ ਆਪ ਧਨੁਖ ਰੂਪ ਹੈ ਤੇ ਆਪ ਹੀ ਤੀਰ ਰੂਪ ਹੋ ਕੇ ਚੱਲਦਾ ਹੈ। ਆਪੇ ਸੁਗੜ, ਆਪ ਹੀ ਬੜਾ ਸ੍ਰੇਸ਼ਟ ਘਾਤਕ ਕਰਨ ਵਾਲਾ ਹੈ। ਸਰੂਪ ਉਹਦਾ ਸਰੂਪ ਹੈ ਸਿਆਣਾ, ਤੇ ਆਪ ਹੀ ਸਭ ਤੋਂ ਸਿਆਣਾ ਹੈ ਜੀ। ਕਹਿਤਾ ਬਖਤਾ ਸੁਣਤਾ ਸੋਈ, ਆਪੇ ਬਣਤ ਬਣਾਈ ਹੈ। ਕਹਿਣ ਵਾਲਾ ਵੀ ਆਪ ਹੈ, ਬਖਤਾ ਬੋਲਣ ਵਾਲਾ ਵੀ ਆਪ ਹੈ ਤੇ ਸੁਣਨ ਵਾਲਾ ਵੀ ਆਪ ਹੈ। ਆਪੇ ਬਣਤ ਬਣਾਈ ਹੈ, ਇਹ ਸਾਰੀਆਂ ਬਣਤਰਾਂ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਆਪ ਬਣਾਈਆਂ ਹੋਈਆਂ ਹਨ।
ਕਹਿਣ ਵਾਲੇ ਨੂੰ ਵੀ ਆਪ ਰਚਣ ਵਾਲਾ ਹੈ, ਬਖਤਾ ਬੋਲਣ ਵਾਲੇ ਨੂੰ ਵੀ ਆਪ ਰਚਣ ਵਾਲਾ ਹੈ ਤੇ ਸੁਣਨ ਵਾਲਾ ਵੀ ਉਸੇ ਦਾ ਬਣਾਇਆ ਹੈ। ਇਹ ਸਾਰੀ ਬਣਤਰ ਪਰਮਾਤਮਾ ਦੀ ਬਣਾਈ ਹੋਈ ਹੈ ਜੀ। ਕੌਣ ਗੁਰੂ ਬਾਣੀ ਪਿਤ ਜਾਤਾ, ਉਦਰ ਸੰਜੋਗੀ ਧਰਤੀ ਮਾਤਾ। ਧੰਨ ਗੁਰਬਾਣੀ ਦੇ ਅੰਦਰ ਧੰਨ ਗੁਰੂ ਜੀ ਨੇ ਸਾਨੂੰ ਸੰਸਾਰ ਦੀ ਜੋ ਰਚਨਾ ਹੋਈ ਏ, ਇਹਦੇ ਵਿੱਚ ਪਿਤਾ ਜਿਹੜਾ ਇਹ ਪਾਣੀ ਨੂੰ ਮੰਨਿਆ ਹੈ ਤੇ ਗੁਰੂ ਹੈ ਜਿਹੜਾ ਇਹ ਹਵਾ ਨੂੰ ਮੰਨਿਆ ਹੈ। ਪੌਣ ਗੁਰੂ ਪਾਣੀ ਪਿਤ ਜਾਤਾ। ਜਾਤਾ ਦਾ ਅਰਥ ਹੈ ਜਾਣਨਾ ਕੀਤਾ। ਗੁਰੂ ਨਾਨਕ ਦੇਵ ਜੀ ਆਖਦੇ ਨੇ ਹਵਾ ਗੁਰੂ ਹੈ ਤੇ ਪਾਣੀ ਹੈ ਜਿਹੜਾ ਇਹ ਪਦੈਸ਼ ਕਰਨ ਵਾਲਾ ਸਾਡਾ ਪਿਤਾ ਹੈ। ਹਰ ਮਨੁੱਖ ਦੀ ਪਦੈਸ਼ ਹੈ ਜਿਹੜੀ, ਹਰ ਜੀਵ ਦੀ ਪਦੈਸ਼ ਹੈ ਜਿਹੜੀ ਪਾਣੀ ਤੋਂ ਹੁੰਦੀ ਹੈ। ਖੇਤ ਸੁੱਕਾ ਹੋਵੇ ਉਹਦੇ ਵਿੱਚ ਦਾਣੇ ਸੱਟ ਦੀਏ ਤੇ ਕਦੇ ਹਰੇ ਨਹੀਂ ਹੋਣਗੇ। ਜਦੋਂ ਪਾਣੀ ਮੀਂਹ ਹੋ ਜਾਏਗਾ ਜਾਂ ਪਾਣੀ ਲੱਗ ਜਾਏਗਾ ਤੇ ਦਾਣੇ ਨੇ ਜਿਹੜੇ ਇਹ ਫਿਰ ਹਰੇ ਹੋ ਜਾਂਦੇ ਨੇ। ਇਸੇ ਤਰ੍ਹਾਂ ਅਸੀਂ ਜਿਤਨੇ ਵੀ ਸ਼ਬਦ ਬੋਲਦੇ ਹਾਂ ਇਹ ਹਵਾ ਦੇ ਨਾਲ ਬੋਲਦੇ ਹਾਂ ਤੇ ਸ਼ਬਦ ਬੋਲ ਕੇ ਕਿਸੇ ਨੂੰ ਗਿਆਨ ਦਿੱਤਾ ਜਾਂਦਾ ਹੈ। ਇੱਕ ਥਾਂ ਤੋਂ ਸ਼ਬਦ ਦੂਜੀ ਥਾਂ ਤੇ ਜਦੋਂ ਪਹੁੰਚਦਾ ਹੈ ਉਹ ਵੀ ਹਵਾ ਦੇ ਨਾਲ ਪਹੁੰਚਦਾ ਹੈ। ਹਵਾ ਦੀਆਂ ਤਰੰਗਾਂ ਨੇ ਇਹ ਸ਼ਬਦ ਨੂੰ ਬੋਲਣ ਵਾਲੇ ਦੇ ਮੂੰਹ ਦੇ ਵਿੱਚੋਂ ਲੈ ਕੇ ਤੇ ਸੁਣਨ ਵਾਲੇ ਦੇ ਕੰਨ ਤੱਕ ਲੈ ਕੇ ਜਾਂਦੀਆਂ ਨੇ। ਇਹ ਵਿਗਿਆਨ ਨੇ ਸਿੱਧ ਕੀਤਾ ਹੈ। ਪੌਣ ਗੁਰੂ ਪਾਣੀ ਪਿਤ ਜਾਤਾ। ਪ੍ਰਭੂ ਪਰਮਾਤਮਾ ਨੇ ਇਹ ਸੰਸਾਰ ਦੀ ਜਿਹੜੀ ਰਚਨਾ ਕੀਤੀ ਹੈ ਇਹਦੇ ਵਿੱਚ ਪਵਨ ਨੂੰ, ਹਵਾ ਨੂੰ ਗੁਰੂ ਬਣਾਇਆ ਹੈ ਤੇ ਪਾਣੀ ਨੂੰ ਸਾਰਿਆਂ ਦਾ ਪਿਤਾ ਬਣਾਇਆ ਹੈ। ਇਹ ਅਸੀਂ ਜਾਣਨਾ ਕੀਤਾ ਹੈ ਜੀ। ਰੈਣ ਦਿਨਸ ਦੁਇ ਦਾਈ ਦਾਇਆ, ਜਗ ਖੇਲੈ ਖੇਲਾਈ ਹੈ। ਅੱਗੇ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਉਦਰ ਸੰਜੋਗੀ ਧਰਤੀ ਮਾਤਾ। ਉਦਰ ਦਾ ਅਰਥ ਹੈ ਪੇਟ, ਸੰਜੋਗੀ ਦਾ ਅਰਥ ਹੈ ਮਿਲਣਾ, ਧਰਤੀ ਮਾਤਾ। ਇਹ ਜਿਹੜੀ ਧਰਤੀ ਹੈ ਨਾ ਇਹ ਸਾਡੀ ਸਾਰਿਆਂ ਦੀ ਮਾਂ ਹੈ। ਧਰਤੀ ਮਾਤਾ, ਇਹ ਧਰਤੀ ਹੈ ਜਿਹੜੀ ਇਹ ਸਾਡੀ ਸਾਰਿਆਂ ਦੀ ਮਾਂ ਹੈ। ਉਦਰ ਸੰਜੋਗੀ ਤੇ ਸੰਜੋਗ ਦੇ ਨਾਲ ਇਹ ਸਾਡਾ ਪੇਟ ਹੈ ਜਿਹੜਾ ਧਰਤੀ ਤੋਂ ਚੱਲ ਰਿਹਾ। ਹਰ ਇੱਕ ਪਦੈਸ਼ ਜਿਹੜੀ ਧਰਤੀ ਤੋਂ ਹੁੰਦੀ ਹੈ, ਧਰਤੀ ਤੋਂ ਹਰ ਇੱਕ ਹੋਈ ਪਦੈਸ਼ ਜਿਹੜੀ ਉਹ ਸਾਰਿਆਂ ਦਾ ਪੇਟ ਭਰਦੀ ਹੈ। ਇਸ ਵਾਸਤੇ ਧਰਤੀ ਸਾਡੀ ਸਾਰਿਆਂ ਦੀ ਮਾਂ ਹੈ। ਪਵਨ ਗੁਰੂ ਸਾਡਾ ਗੁਰੂ ਹਵਾ ਹੈ। ਪਾਣੀ ਪਿਤ ਜਾਤਾ ਤੇ ਪਿਤਾ ਜਿਹੜਾ ਉਹ ਸਾਡਾ ਪਾਣੀ ਹੈ। ਸਾਡੇ ਪੇਟ ਦੀ ਪੂਰਤੀ ਕਰਨ ਵਾਲੀ ਸਾਡੀ ਮਾਤਾ ਜਿਹੜੀ ਇਹ ਧਰਤੀ ਹੈ। ਰਹਿਣ ਦਿਨਸ ਦੁਇ ਦਾਈ ਦਾਇਆ। ਦਾਈ ਦਾਇਆ, ਖਿਡਾਵਾ ਤੇ ਖਿਡਾਵੀ। ਰਹਿਣ ਦਿਨਸ, ਦਿਨ ਤੇ ਰਾਤ ਨੇ ਨਾ ਜਿਹੜੇ ਇਹ ਸਾਨੂੰ ਖਿਡਾਉਣ ਵਾਲੇ ਨੇ, ਇਹ ਸਾਨੂੰ ਖਿਡਾਉਂਦੇ ਰਹਿੰਦੇ ਨੇ। ਜਗ ਖੇਲੇ ਖਿਲਾਈ ਹੈ। ਜਗਤ ਖੇਡ ਰਿਹਾ ਤੇ ਉਹ ਖਿਡਾ ਰਹੇ ਹਨ ਜੀ। ਆਪੇ ਮਛਲੀ ਆਪੇ ਜਾਲਾ, ਆਪੇ ਗਊ ਆਪੇ ਰਖਵਾਲਾ। ਆਪ ਹੀ ਮੱਛੀ ਰੂਪ ਹੈ ਤੇ ਆਪ ਹੀ ਜਾਲ ਰੂਪ ਹੈ। ਆਪ ਹੀ ਕਾਂ ਰੂਪ ਹੈ ਤੇ ਆਪ ਹੀ ਉਸ ਦੀ ਰੱਖਿਆ ਕਰਨ ਵਾਲਾ ਹੈ ਜੀ। ਸਰਬ ਜੀਆ ਜਗ ਜੋਤ ਤੁਮਾਰੀ, ਜੈਸੀ ਪ੍ਰਭ ਫਰਮਾਈ ਹੈ। ਇਹ ਅਕਾਲ ਪੁਰਖ ਵਾਹਿਗੁਰੂ ਜਿਤਨੇ ਵੀ ਜੀ ਨੇ ਨਾ ਉਹਨਾਂ ਸਾਰਿਆਂ ਦੇ ਅੰਦਰ ਤੇਰੀ ਜੋਤ ਹੈ। ਸਰਬ ਜੀਆ ਜਗ ਜੋਤ ਤੁਮਾਰੀ। ਜਿਤਨੇ ਵੀ ਜੀ ਨੇ ਜਗਤ ਦੇ ਅੰਦਰ ਉਹਨਾਂ ਦੇ ਵਿੱਚ ਜੋਤ ਜਿਹੜੀ ਉਹ ਤੁਹਾਡੀ ਹੈ। ਜੈਸੀ ਪ੍ਰਭੂ ਫਰਮਾਈ ਹੈ, ਜਿਸ ਤਰ੍ਹਾਂ ਉਸ ਪ੍ਰਭੂ ਪਰਮਾਤਮਾ ਦਾ ਫਰਮਾਨ ਹੈ ਨਾ ਉਸ ਤਰ੍ਹਾਂ ਦਾ ਫਿਰ ਉਸ ਦੀ ਰਹਿਮਤ ਕਿਰਪਾ ਦੇ ਨਾਲ ਇਹ ਜੋਤ ਦਾ ਪ੍ਰਕਾਸ਼ ਹੁੰਦਾ ਹੈ ਜੀ। ਆਪੇ ਜੋਗੀ ਆਪੇ ਭੋਗੀ, ਆਪੇ ਰਸਿਆ ਪਰਮ ਸੰਜੋਗੀ। ਪਿਛਲੀ ਤੁਕ ਨੂੰ ਥੋੜਾ ਜਿਹਾ ਆਪਾਂ ਹੋਰ ਖੋਲ ਲਈਏ। ਸਰਬ ਜੀਆ ਜਗ ਜੋਤ ਤੁਮਾਰੀ। ਜਿਤਨੇ ਵੀ ਜੀਵ ਨੇ ਸਾਰਿਆਂ ਦੇ ਅੰਦਰ ਪਰਮਾਤਮਾ ਦੀ ਜੋਤ ਹੈ। ਜੈਸੀ ਪ੍ਰਭੂ ਫਰਮਾਈ ਹੈ ਤੇ ਇਹ ਜੋਤ ਹੈ ਜਿਹੜੀ ਇਹ ਪ੍ਰਕਾਸ਼ ਕਰਦੀ ਹੈ। ਜਿਸ ਤਰ੍ਹਾਂ ਦਾ ਇਹ ਪ੍ਰਕਾਸ਼ ਕਰਦੀ ਉਸ ਤਰ੍ਹਾਂ ਦਾ ਸਾਡਾ ਜੀਵਨ ਹੋ ਜਾਂਦਾ ਹੈ। ਹੁਣ ਇੱਥੇ ਇਹ ਨਹੀਂ ਸਮਝਣਾ ਵੀ ਉਸ ਪਰਮਾਤਮਾ ਦੀ ਜਿਹੜੀ ਜੋਤ ਹੈ ਉਹਦੇ ਪ੍ਰਕਾਸ਼ ਵੱਖੋ ਵੱਖਰੇ ਨੇ। ਪ੍ਰਕਾਸ਼ ਇੱਕ ਹੀ ਹੈ ਤੇ ਇੱਕ ਹੀ ਜੋਤ ਹੈ। ਇਹ ਜੋਤ ਹੈ ਜਿਹੜੀ ਇਹ ਸਾਨੂੰ ਜੀਵਨ ਦੇ ਲਈ ਇੱਕ ਸੇਧ ਦਿੰਦੀ ਹੈ ਤੇ ਉਹ ਸੇਧ ਜਿਹੜੀ ਉਹ ਮਿਲਦੀ ਹੈ ਸਾਡੇ ਕੀਤੇ ਹੋਏ ਕਰਮਾਂ ਦੇ ਅਨੁਸਾਰ। 3 ਪ੍ਰਕਾਰ ਦੇ ਕਰਮ ਨੇ, ਪ੍ਰਾਰਬਧ ਹੈ, ਸੰਚਿਤ ਹੈ ਤੇ ਕਿਰਿਮਾਨ ਨੇ। ਸੰਚਿਤ ਕਰਮ ਉਹ ਨੇ ਜਿਹੜੇ ਅਸੀਂ ਹੁਣ ਇਕੱਠੇ ਕਰ ਰਹੇ ਹਾਂ। ਜਿਹੜੇ ਅਸੀਂ ਕਰਮ ਕਰ ਰਹੇ ਹਾਂ ਨਾ ਇਹ ਸੰਚਿਤ ਕਰਮ ਨੇ, ਇਕੱਠੇ ਹੋ ਰਹੇ ਨੇ। ਇਹਨਾਂ ਦਾ ਫਲ ਹੁਣ ਨਹੀਂ ਮਿਲ ਰਿਹਾ ਸਾਨੂੰ।
ਤੇ ਕਿਰੇਮਾਨ ਕਰਮ ਨੇ ਜਿਹੜੇ ਇਹ ਅਸੀਂ ਕਰੀ ਜਾ ਰਹੇ ਹਾਂ। ਕਿਰੇਮਾਨ ਕਰਮ ਕਰੀ ਜਾ ਰਹੇ ਹਾਂ। ਸੰਚਿਤ ਕਰਮ ਨੇ ਜਿਹੜੇ ਇਹ ਇਕੱਠੇ ਹੋ ਰਹੇ ਨੇ। ਪ੍ਰਾਰਬਧ ਦੇ ਜਿਹੜੀ ਇਹ ਕਰਮ ਜਿਹੜੇ ਅਸੀਂ ਭੋਗ ਰਹੇ ਹਾਂ, ਜਿਹੜੇ ਕਰਮ ਅਸੀਂ ਹੁਣ ਭੋਗ ਰਹੇ ਹਾਂ, ਇਹ ਸਾਡੀ ਪ੍ਰਾਰਬਧ ਹੈ, ਇਹਨਾਂ ਨੂੰ ਅਸੀਂ ਭੋਗੀ ਜਾ ਰਹੇ ਹਾਂ। ਸੰਚਿਤ ਕਰਮ ਨੇ ਉਹਨਾਂ ਨੂੰ ਅਜੇ ਅਸੀਂ ਭੋਗਿਆ ਨਹੀਂ, ਉਹ ਖਜ਼ਾਨਾ ਹੀ ਨਹੀਂ ਖੋਲ੍ਹਿਆ। ਤੇ ਕਿਰੇਮਾਨ ਇਹ ਅਸੀਂ ਨਵੇਂ ਕਰਮ ਨੇ ਜਿਹੜੇ ਇਹ ਕਰ ਰਹੇ ਹਾਂ। ਹੁਣ ਕਰਮਾਂ ਦੇ ਅਨੁਸਾਰ ਜੋ ਸਾਡੇ ਅੰਦਰ ਜੋਤ ਹੈ ਉਹ ਸਾਨੂੰ ਉਸ ਤਰ੍ਹਾਂ ਦੀ ਸੇਧ ਦਿੰਦੀ ਹੈ। ਇਹ ਉਸ ਪ੍ਰਭੂ ਪਰਮਾਤਮਾ ਦਾ ਫਰਮਾਨ ਹੈ। ਜੈਸੀ ਪ੍ਰਭ ਫਰਮਾਈ ਹੈ, ਇਹ ਉਸ ਵਾਹਿਗੁਰੂ ਦਾ ਫਰਮਾਨ ਹੈ। ਆਪੇ ਜੋਗੀ ਆਪੇ ਭੋਗੀ। ਭੋਗੀ ਕਹਿੰਦੇ ਨੇ ਭੋਗਾਂ ਨੂੰ ਭੋਗਣ ਵਾਲਾ। ਸੰਸਾਰ ਦੇ ਅੰਦਰ ਜਿਤਨੇ ਵੀ ਸੁੱਖ ਨੇ ਇਹ ਸਾਰੇ ਭੋਗਣ ਵਾਲੇ ਨੂੰ ਭੋਗੀ ਆਖਿਆ ਜਾਂਦਾ ਹੈ। ਤੇ ਜੋਗੀ ਉਹਨੂੰ ਆਖਿਆ ਜਾਂਦਾ ਜਿਹੜੇ ਸੰਸਾਰ ਦੇ ਸੁੱਖ ਛੱਡ ਕੇ ਤੇ ਪਰਮਾਤਮਾ ਦੇ ਨਾਲ ਜੁੜ ਜਾਵੇ, ਉਹਨੂੰ ਜੋਗੀ ਆਖਿਆ ਜਾਂਦਾ ਹੈ। ਆਪੇ ਜੋਗੀ ਜਿਹੜਾ ਸੰਸਾਰ ਦੇ ਸਾਰੇ ਸੁੱਖ ਭੋਗ ਛੱਡ ਕੇ ਉਸ ਪਰਮਾਤਮਾ ਦੇ ਨਾਲ ਜੁੜ ਗਿਆ, ਉਹ ਜੋਗੀ ਹੋ ਗਿਆ। ਜਿਹੜਾ ਸਾਰੇ ਸੰਸਾਰ ਦੇ ਸੁੱਖ ਭੋਗ ਰਿਹਾ ਹੈ ਉਹਨੂੰ ਭੋਗੀ ਆਖਿਆ ਹੈ। ਜੋਗੀ ਦੇ ਅੰਦਰ ਵੀ ਉਸ ਪਰਮਾਤਮਾ ਦੀ ਜੋਤ ਹੈ ਤੇ ਭੋਗੀ ਦੇ ਅੰਦਰ ਵੀ ਵਾਹਿਗੁਰੂ ਦੀ ਜੋਤ ਹੈ। ਆਪੇ ਰਸੀਆ। ਰਸੀਆ ਕਹਿੰਦੇ ਨੇ ਰਸ ਦੇਣ ਵਾਲੇ ਨੂੰ। ਪਰਮ ਸੰਜੋਗੀ, ਵੱਡਾ ਸੰਜੋਗ ਬਣਾ ਦਿੰਦਾ। ਜਿਹਨੂੰ ਜਿੱਥੋਂ ਜਿਹੜਾ ਰਸ ਮਿਲਣਾ ਹੈ ਨਾ ਉਹ ਸੰਜੋਗ ਮੰਨਦਾ ਹੈ। ਇਹ ਰਸ ਦਾ ਅਰਥ ਹੁੰਦਾ ਸਵਾਦ। ਸਵਾਦ ਹੈ ਜਿਹੜਾ ਇਹ ਸਾਨੂੰ ਸੁੱਖ ਦਿੰਦਾ ਹੈ। ਇਹਨੂੰ ਇੱਕ ਦ੍ਰਿਸ਼ਟਾਂਤ ਦੇ ਨਾਲ ਸਮਝੀਏ ਫਿਰ ਥੋੜ੍ਹੀ ਜ਼ਿਆਦਾ ਸਮਝ ਆ ਜਾਵੇਗੀ। ਕੋਈ ਪ੍ਰਾਣੀ ਹੈ, ਉਹਦੇ ਕਰਮਾਂ ਦੇ ਵਿੱਚ ਕਿਸੇ ਸ੍ਰੇਸ਼ਟ ਸੁੱਖ ਦਾ ਜਿਹੜਾ ਸਵਾਦ ਹੈ ਨਾ ਉਹ ਲਿਖਿਆ ਹੋਇਆ ਹੈ ਤੇ ਉਹਨੂੰ ਮਿਲੇਗਾ ਕਿਵੇਂ? ਪਰਮ ਸੰਜੋਗੀ। ਫਿਰ ਵਾਹਿਗੁਰੂ ਪਰਮਾਤਮਾ ਕਿਰਪਾ ਕਰ ਦੇਗਾ, ਵੱਡਾ ਸੰਜੋਗ ਬਣਾ ਦੇਵੇਗਾ। ਸੰਜੋਗ ਬਣਾ ਦੇਵੇਗਾ ਤੇ ਸੰਜੋਗ ਦੇ ਨਾਲ ਫਿਰ ਉਹਨੂੰ ਰਸੀਆ, ਆਪੇ ਰਸੀਆ, ਉਹ ਪ੍ਰਭੂ ਪਰਮਾਤਮਾ ਤੋਂ ਉਹ ਸੁੱਖ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ। ਇਹ ਸਾਰੀ ਉਸ ਪਰਮਾਤਮਾ ਦੀ ਰਚਨਾ ਕੀਤੀ ਹੋਈ ਹੈ ਜੀ। ਆਪੇ ਵੇ ਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੈ। ਵੇ ਬਾਣੀ ਦਾ ਅਰਥ ਹੈ ਜਿਹੜਾ ਬੋਲ ਨਹੀਂ ਸਕਦਾ। ਆਪੇ ਵੇ ਬਾਣੀ ਨਿਰੰਕਾਰੀ। ਨਿਰੰਕਾਰੀ ਦਾ ਅਰਥ ਹੈ ਜਿਹੜਾ ਆਕਾਰ ਤੋਂ ਰਹਿਤ ਹੈ। ਪ੍ਰਭੂ ਪਰਮਾਤਮਾ ਆਕਾਰ ਤੋਂ ਰਹਿਤ ਹੈ, ਜਿਸ ਦਾ ਆਕਾਰ ਨਹੀਂ ਉਹ ਬੋਲ ਨਹੀਂ ਸਕਦਾ। ਨਿਰਭਉ, ਜਿਹਨੂੰ ਡਰ ਕੋਈ ਨਹੀਂ। ਤਾੜੀ, ਤਾੜੀ ਦਾ ਅਰਥ ਸਮਾਧੀ। ਉਸ ਪ੍ਰਭੂ ਪਰਮਾਤਮਾ ਨੇ ਆਪ ਹੀ ਸਮਾਧੀ ਲਾਈ ਹੋਈ ਹੈ, ਭੈ ਤੋਂ ਰਹਿਤ ਹੈ। ਸਮਾਧੀ ਦੇ ਵਿੱਚ ਲੀਨ ਹੈ, ਭੈ ਤੋਂ ਰਹਿਤ ਹੈ, ਆਕਾਰ ਤੋਂ ਰਹਿਤ ਹੈ ਤੇ ਨਿਰਵਾਣ ਹੈ ਜੀ। ਆਪੇ ਖਾਣੀ ਬਾਣੀ। ਆਪੇ ਖਾਣੀ ਬਾਣੀ ਤੁਝੈ ਸਮਾਣੀ ਜੋ ਦਿਸੈ ਸਭ ਆਵਣ ਜਾਣੀ। ਖਾਣੀ ਚਾਰ ਖਾਣੀਆਂ ਨੇ, ਅੰਡਜ ਜੇਰਜ ਸੇਤਜ ਉਤਪੁਜ। ਆਂਡਿਆਂ ਤੋਂ ਪੈਦਾ ਹੁੰਦੇ ਨੇ, ਪਸੀਨੇ ਤੋਂ ਪੈਦਾ ਹੁੰਦੇ ਨੇ, ਜੇਰ ਤੋਂ ਪੈਦਾ ਹੁੰਦੇ ਨੇ, ਧਰਤੀ ਤੋਂ ਪੈਦਾ ਹੁੰਦੇ ਨੇ। ਚਾਰ ਖਾਣੀਆਂ ਨੇ। ਬਾਣੀ ਚਾਰ ਬਾਣੀਆਂ ਨੇ। ਪਰਾ ਬਾਣੀ ਹੈ, ਬਸੰਤੀ, ਮਧਮਾ ਤੇ ਬੈਕਰੀ ਬਾਣੀ। ਤੁਝੇ ਸਮਾਣੀ। ਇਹ ਪਰਮਾਤਮਾ ਇਹ ਵੀ ਤੇਰੇ ਵਿੱਚ ਸਮਾਈਆਂ ਹੋਈਆਂ ਨੇ, ਭਾਵ ਤੇਰੀਆਂ ਹੀ ਬਣਾਈਆਂ ਹੋਈਆਂ ਨੇ। ਜੋ ਦਿਸੇ ਸਭ ਆਵਣ ਜਾਣੀ। ਪਰ ਤੇਰੇ ਤੋਂ ਬਿਨਾਂ ਜੋ ਕੁਝ ਵੀ ਦਿਸਦਾ ਹੈ ਨਾ ਇਹ ਸਾਰਾ ਆਉਣਾ ਤੇ ਜਾਣਾ, ਆਏਗਾ ਚਲਾ ਜਾਏਗਾ ਫਿਰ ਆ ਜਾਏਗਾ, ਭਾਵ ਜੰਮਣ ਮਰਨ ਦੇ ਵਿੱਚ ਹੈ ਜੀ। ਸੇ ਸਾਹ ਸੱਚੇ ਬਾਕਾਰੀ ਸਤਿਗੁਰ ਬੂਝ ਬੁਝਾਈ ਹੈ। ਜਿਹਨੂੰ ਸੱਚੇ ਸਤਿਗੁਰ ਦੀ ਗੁਰਬਾਣੀ ਦੀ ਸਮਝ ਆ ਗਈ। ਬੂਝ ਬੁਝਾਈ ਦਾ ਅਰਥ ਹੈ ਸਮਝ ਆ ਜਾਣੀ। ਸਤਿਗੁਰ ਬੂਝ ਬੁਝਾਈ ਹੈ, ਜਿਹਨੂੰ ਸੱਚੇ ਸਤਿਗੁਰ ਨੇ ਸੋਝੀ ਦੇ ਦਿੱਤੀ ਹੈ, ਸਮਝ ਦੇ ਦਿੱਤੀ। ਸਹੀ ਸਾਹ ਸੱਚੇ ਵਪਾਰੀ, ਉਹ ਇਸ ਜਗਤ ਦੇ ਅੰਦਰ ਫਿਰ ਨਾਮ ਦੇ ਵਪਾਰੀ ਬਣ ਗਏ ਨੇ। ਜਿਨ੍ਹਾਂ ਤੇ ਸੱਚੇ ਸਤਿਗੁਰ ਦੀ ਕਿਰਪਾ ਹੈ, ਸੱਚੇ ਸਤਿਗੁਰ ਨੇ ਸਮਝ ਦੇ ਦਿੱਤੀ ਹੈ, ਉਹ ਇਸ ਸੰਸਾਰ ਦੇ ਅੰਦਰ ਸੱਚੇ ਨਾਮ ਦੇ ਵਪਾਰੀ ਬਣ ਜਾਂਦੇ ਹਨ ਜੀ। ਸ਼ਬਦ ਬਜਾਏ ਸਤਿਗੁਰ ਪੂਰਾ ਸਰਬ ਕਲਾ ਸਾਚੇ ਭਰਪੂਰਾ। ਗੁਰੂ ਕਿਰਪਾ ਕਰਦਾ, ਸ਼ਬਦ ਦੇ ਨਾਲ ਸਾਨੂੰ ਸੋਝੀ ਦਿੰਦਾ। ਸ਼ਬਦ ਬੁਝਾਏ, ਸ਼ਬਦ ਦਾ ਅਰਥ ਹੈ ਉਪਦੇਸ਼, ਬੁਝਾਏ ਦਾ ਅਰਥ ਹੈ ਸਮਝਾਉਣਾ। ਸਤਿਗੁਰ ਪੂਰਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਰਿਪੂਰਨ ਗੁਰੂ ਨੇ, ਪੂਰੇ ਗੁਰੂ ਨੇ। ਇਹ ਕਿਰਪਾ ਕਰਦੇ ਨੇ, ਸਾਨੂੰ ਉਪਦੇਸ਼ ਦੇ ਨਾਲ ਸੋਝੀ ਦਿੰਦੇ ਨੇ।
ਸਰਬ ਕਲਾ ਸਾਚੇ ਭਰਪੂਰਾ। ਗੁਰੂ ਦੇ ਵਿੱਚ ਕੋਈ ਵੀ ਕਮੀ ਨਹੀਂ। ਸਰਬ ਕਲਾ, ਕਲਾ ਦਾ ਅਰਥ ਹੁੰਦਾ ਗੁਣ। ਜਿਵੇਂ ਆਪਾਂ ਕਹਿ ਦਿੰਦੇ ਆ ਇਹ ਚਿੱਤਰ ਕਲਾ ਜਾਣਦਾ ਹੈ, ਇਹਨੂੰ ਚਿੱਤਰ ਬਣਾਉਣ ਦਾ ਗੁਣ ਹੈ, ਇਹਨੂੰ ਚਿੱਤਰ ਬਣਾਉਣ ਦਾ ਗੁਣ ਪ੍ਰਾਪਤ ਹੈ। ਇਸੇ ਤਰ੍ਹਾਂ ਜਿਤਨੇ ਵੀ ਗੁਣ ਨੇ ਉਹਨਾਂ ਨੂੰ ਕਲਾ ਆਖਿਆ ਜਾਂਦਾ ਹੈ। ਇਹ ਸੰਗੀਤ ਕਲਾ ਜਾਣਦਾ ਹੈ, ਭਾਵ ਇਹ ਸੰਗੀਤ ਗਾਣ ਦੇ ਗੁਣ ਨੂੰ ਜਾਣਦਾ ਹੈ, ਇਹਦੇ ਕੋਲ ਗੁਣ ਹੈ ਸੰਗੀਤ ਦਾ। ਸਰਬ ਕਲਾ ਸਾਚੇ ਭਰਪੂਰਾ, ਪਰਿਪੂਰਨ ਪਰਮਾਤਮਾ ਸੱਚਾ ਹੈ ਤੇ ਸਾਰੇ ਗੁਣ ਉਸ ਦੇ ਵਿੱਚ ਹਨ ਜੀ। ਅਫਰਿਓ ਮੇ ਪਰਵਾਹੁ ਸਦਾ ਤੂ, ਨਾ ਤਿਸ ਚਰਨ ਕਮਾਈ ਹੈ। ਇਹ ਅਕਾਲ ਪੁਰਖ ਵਾਹਿਗੁਰੂ ਤੇਰਾ ਪਸਾਰਨ ਹੈ ਜਿਹੜਾ, ਇਹਦਾ ਅੰਤ ਕੋਈ ਨਹੀਂ। ਇਹ ਫਰਿਓ ਦਾ ਅਰਥ ਹੈ ਨਾ ਪੜਿਆ ਜਾਣ ਵਾਲਾ। ਇਹ ਦੋ ਸ਼ਬਦ ਆਉਂਦੇ ਨੇ, ਇੱਕ ਪੜਿਆ ਜਾਂਦਾ ਅਫਰਿਓ, ਉਹਦਾ ਅਰਥ ਹੈ ਅਫਰੇਵਾ। ਜਿਵੇਂ ਕਿਸੇ ਨੂੰ ਹੰਕਾਰ ਦਾ ਅਫਰੇਵਾ ਹੁੰਦਾ ਹੈ, ਆਪਾਂ ਕਹਿੰਦੇ ਆ ਨਾ ਇਹ ਹੰਕਾਰ ਦੇ ਵਿੱਚ ਆਫਰਿਆ। ਇਹ ਬੜੀ ਬਿਮਾਰੀ ਹੈ, ਪਸ਼ੂਆਂ ਦੇ ਵਿੱਚ ਜ਼ਿਆਦਾ ਹੁੰਦੀ ਹੈ, ਬੰਦਿਆਂ ਦੇ ਵਿੱਚ ਵੀ ਹੋ ਜਾਂਦੀ ਹੈ। ਢਿੱਡ ਦੇ ਵਿੱਚ ਗੈਸ ਜੀ ਬਣ ਜਾਂਦੀ ਹੈ, ਬੰਦਾ ਆਫਰ ਜਾਂਦਾ ਤੇ ਫਿਰ ਬੜਾ ਦੁਖੀ ਹੁੰਦਾ ਹੈ। ਗੁਰਬਾਣੀ ਦੇ ਅੰਦਰ ਇਹ ਦੋ ਸ਼ਬਦ ਆਉਂਦੇ ਨੇ, ਅੱਖਰ ਇੱਕੋ ਜਿਹੇ ਨੇ, ਉਚਾਰਨ ਦੇ ਵਿੱਚ ਫਰਕ ਹੈ। ਅਫਰਿਓ ਦਾ ਅਰਥ ਹੈ ਆਫਰ ਗਿਆ, ਅਫਰੇਮਾ ਹੋ ਗਿਆ। ਤੇ ਅਫਰੇਮਾ ਜਿਹੜਾ ਹੈ ਮਨੁੱਖ ਨੂੰ ਹੰਕਾਰ ਦਾ ਹੁੰਦਾ ਹੈ। ਕਿਸੇ ਨੂੰ ਮਾਇਆ ਦੇ ਹੰਕਾਰ ਦਾ ਅਫਰੇਮਾ ਹੈ, ਕਿਸੇ ਨੂੰ ਚਾਰ ਭਰਾ ਮਗਰ ਨੇ ਉਹਦਾ ਅਫਰੇਮਾ ਹੈ, ਕਿਸੇ ਨੂੰ ਸਤਾ ਰਾਜਨੀਤੀ ਦਾ ਅਫਰੇਮਾ ਹੈ। ਇੱਥੇ ਸ਼ਬਦ ਐ ਫਰਿਓ, ਨਾ ਫੜਿਆ ਜਾਣ ਵਾਲਾ। ਫਰਿਓ ਦਾ ਅਰਥ ਹੈ ਫੜਿਆ ਜਾਣ ਵਾਲਾ, ਐ ਫਰਿਓ ਨਾ ਫੜਿਆ ਜਾਣ ਵਾਲਾ। ਰੱਬ ਕਿਸੇ ਤੋਂ ਫੜਿਆ ਨਹੀਂ ਜਾਂਦਾ। ਜੇ ਫੜਿਆ ਜਾਂਦਾ ਹੁੰਦਾ ਤੇ ਅਸੀਂ ਸਾਰੇ ਫੜ ਕੇ ਤੇ ਉਹਨੂੰ ਆਪਣੇ ਕੋਲ ਹੀ ਰੱਖ ਲੈਂਦੇ। ਇੱਕ ਪ੍ਰਸੰਗ ਸਾਹਮਣੇ ਆ ਗਿਆ। ਇੱਕ ਵਾਰੀ ਦੀ ਗੱਲ ਏ, ਭਗਤ ਕਬੀਰ ਜੀ ਜਾ ਰਹੇ ਸਨ, ਕਿਉਂਕਿ ਇਹਨਾਂ ਦਾ ਕੰਮ ਸੀ ਖੱਦਰ ਬੁਣਨਾ ਤੇ ਉਹਨੂੰ ਵੇਚਣਾ। ਵੇਚਣ ਦੇ ਲਈ ਇਹਨਾਂ ਨੂੰ ਦੂਜੇ ਪਿੰਡਾਂ ਦੇ ਵਿੱਚ ਜਾਣਾ ਪੈਂਦਾ ਸੀ। ਕਿਸੇ ਪਿੰਡ ਦੇ ਵਿੱਚ ਗਏ ਨੇ, ਕੀ ਦੇਖਦੇ ਨੇ ਕਿਸੇ ਘਰ ਦੇ ਵਿੱਚ ਨੌਜਵਾਨ ਬੱਚੀ ਹੈ ਤੇ ਕੋਈ ਸਾਧੂ ਲਿਬਾਸ ਦੇ ਵਿੱਚ ਉਹ ਕੁਝ ਕਰ ਰਹੀ ਹੈ। ਭਗਤ ਜੀ ਨੇ ਆਖਿਆ ਪਤਾ ਨਹੀਂ ਬੱਚੀ ਨੂੰ ਕੀ ਕਰ ਰਹੀ ਹੈ ਤੇ ਕਮਲੀ ਜੀ ਕਿਵੇਂ ਹੋਈ ਬੈਠੀ ਹੈ। ਫਿਰ ਇੱਕ ਕੁੱਜਾ ਲਿਆ ਹੈ, ਉਹ ਕੁੱਜੇ ਦੇ ਵਿੱਚ ਉਹਨੇ ਕੁਝ ਕਰਕੇ ਤੇ ਕੁੱਜੇ ਨੂੰ ਉੱਤੋਂ ਬੰਦ ਕਰ ਦਿੱਤਾ ਹੈ। ਜਦੋਂ ਕੁੱਜੇ ਨੂੰ ਬੰਦ ਕਰ ਦਿੱਤਾ ਹੈ ਤੇ ਜਾ ਕੇ ਚਰਾਏ ਦੇ ਵਿੱਚ ਨੱਪ ਦਿੱਤਾ ਹੈ। ਭਗਤ ਕਬੀਰ ਜੀ ਨੂੰ ਕਹਿੰਦੇ ਨੇ ਵੇਖੀਏ ਕਹਿੰਦੇ ਚ ਕੀ ਨੱਪਿਆ ਹੈ। ਜਾ ਕੇ ਭਗਤ ਕਬੀਰ ਜੀ ਨੇ ਕੁੱਜਾ ਪੱਟ ਲਿਆ, ਕਿਉਂਕਿ ਭਗਤ ਨਿਰਭਉ ਹੁੰਦੇ ਨੇ। ਨਿਰਭਉ ਜਪੇ ਸਗਲ ਭਉ ਮਿਟੇ। ਜਦੋਂ ਅਸੀਂ ਨਿਰਭਉ ਦਾ ਜਾਪ ਕਰਦੇ ਹਾਂ ਨਾ, ਫਿਰ ਡਰ ਕੋਈ ਨਹੀਂ ਰਹਿੰਦਾ ਕਿਸੇ ਭੂਤ ਪ੍ਰੇਤ ਦਾ, ਨਾ ਕਿਸੇ ਹੋਰ ਦਾ। ਭਗਤ ਕਬੀਰ ਜੀ ਨੇ ਜਦੋਂ ਪੂਜਾ ਪਟਿਆ ਤੇ ਵਿੱਚੋਂ ਪਰਮਾਤਮਾ ਦੇ ਦਰਸ਼ਨ ਹੋਏ ਨੇ। ਭਗਤ ਕਬੀਰ ਜੀ ਵਿਰਾਗ ਦੇ ਵਿੱਚ ਕਹਿੰਦੇ, ਹੇ ਸੱਚੇ ਸਤਿਗੁਰੂ, ਇਹਨਾਂ ਜ਼ਾਲਮਾਂ ਨੇ ਤੈਨੂੰ ਕੈਦ ਕਰਕੇ ਕੁੱਜੇ ਦੇ ਵਿੱਚ ਇੱਥੇ ਨੱਪ ਦਿੱਤਾ ਹੈ। ਭਗਤ ਕਬੀਰ ਜੀ ਨੂੰ ਪਰਮਾਤਮਾ ਆਖਿਆ ਮੈਂ ਸਰਬ ਵਿਆਪੀ ਹਾਂ ਤੇ ਉਹਨਾਂ ਨੇ ਮੈਨੂੰ ਇੱਥੇ ਨੱਪਿਆ ਨਹੀਂ, ਉਹ ਨੱਪ ਨਹੀਂ ਸਕਦੇ ਕਿਉਂਕਿ ਮੈਂ ਸਰਬ ਵਿਆਪੀ ਹਾਂ। ਮੈਂ ਕੁੱਜੇ ਦੇ ਅੰਦਰ ਵੀ ਹਾਂ ਤੇ ਬਾਹਰ ਵੀ ਹਾਂ। ਤੇ ਫਿਰ ਪਰਮਾਤਮਾ ਇਹ ਕੀ ਕੌਤਕ ਵਰਤਿਆ, ਇਹ ਕੀ ਭਾਣਾ ਵਰਤਿਆ। ਪਰਮਾਤਮਾ ਨੇ ਆਖਿਆ ਮੈਨੂੰ ਜਿਸ ਤਰ੍ਹਾਂ ਕੋਈ ਯਾਦ ਕਰਦਾ ਨਾ, ਮੈਂ ਫਿਰ ਉਸ ਤਰ੍ਹਾਂ ਦਾ ਹੋ ਕੇ ਉਹਦੇ ਨਾਲ ਵਰਤਾਰਾ ਕਰਦਾ। ਜੇ ਕੋਈ ਭੂਤ ਕਰਦਾ ਹੈ ਤੇ ਫਿਰ ਮੈਂ ਭੂਤ ਬਣ ਕੇ ਹੀ ਉਹਨੂੰ ਫਿਰ ਉਸ ਤਰ੍ਹਾਂ ਦੇ ਦੁੱਖ ਸੁੱਖ ਨੇ ਨਾ ਜਿਹੜੇ ਉਹ ਦੇਈ ਜਾਂਦਾ। ਜਿਸ ਤਰ੍ਹਾਂ ਦਾ ਮਨੁੱਖ ਦੇ ਅੰਦਰ ਖਿਆਲ ਹੁੰਦਾ, ਪਰਮਾਤਮਾ ਉਸ ਦੀ ਭਾਵਨਾ ਉਸ ਤਰ੍ਹਾਂ ਦੀ ਪੂਰੀ ਕਰ ਦਿੰਦਾ ਹੈ। ਫੜਿਆ ਨਹੀਂ ਜਾਂਦਾ। ਐ ਫਰਿਓ ਬੇਪਰਵਾਹੋ, ਉਹਨੂੰ ਪਰਵਾਹ ਵੀ ਕੋਈ ਨਹੀਂ। ਕੋਈ ਭੂਤ ਕਰਕੇ ਪੂਜੀ ਜਾਵੇ, ਕੋਈ ਕਾਲੀ ਕਰਕੇ, ਕੋਈ ਗੋਰੀ ਕਰਕੇ, ਜਿਵੇਂ ਮਰਜ਼ੀ ਕੋਈ ਉਹਦੀ ਪੂਜਾ ਕਰੀ ਜਾਵੇ, ਉਹਨੂੰ ਪਰਵਾਹ ਕੋਈ ਨਹੀਂ ਵੀ ਮੈਨੂੰ ਇਹਨੇ ਕਾਲਾ ਆਖ ਦਿੱਤਾ ਜਾਂ ਗੋਰਾ ਆਖ ਦਿੱਤਾ ਹੈ। ਐ ਫਰਿਓ ਬੇਪਰਵਾਹ ਸਦਾ ਤੂੰ ਸਦੀਵੀ ਹੈ ਤੇ ਤੈਨੂੰ ਪਰਵਾਹ ਕੋਈ ਨਹੀਂ, ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਕਿਸੇ ਵਿੱਚ ਹਿੰਮਤ ਵੀ ਨਹੀਂ ਵੀ ਤੈਨੂੰ ਫੜ ਸਕੇ। ਨਾ ਤਿਸ ਤਿਲ ਨਾ ਕਮਾਈ ਹੈ, ਅਪਰਿਓ ਬੇਪਰਵਾਹ ਸਦਾ ਤੂੰ, ਨਾ ਤਿਸ ਤਿਲ ਨਾ ਕਮਾਈ ਹੈ। ਤਿਲ ਮਾਤਰ ਵੀ ਉਸ ਪਰਮਾਤਮਾ ਦੇ ਅੰਦਰ ਤਮਾ ਨਹੀਂ। ਤਮਾ ਦਾ ਅਰਥ ਹੁੰਦਾ ਵੀ ਉਸ ਦੇ ਅੰਦਰ ਇਹ ਲਾਲਚ ਹੋਵੇ ਵੀ ਲੋਕੀ ਮੇਰੀ ਵਡਿਆਈ ਕਰਨ। ਉਹ ਆਪਣੀ ਵਡਿਆਈ ਦਾ ਭੁੱਖਾ ਵੀ ਨਹੀਂ ਹੈ ਜੀ। ਕਾਲ ਵਿਕਾਰ ਭਏ ਦੇਵਾਨੇ, ਸ਼ਬਦ ਸਹਿਜ ਰਸ ਅੰਤਰ ਮਾਨੇ। ਕਾਲ ਕਹਿੰਦੇ ਨੇ
ਸਮੇਂ ਨੂੰ ਵਿਕਾਲ ਕਹਿੰਦੇ ਨੇ, ਜਨਮ ਨੂੰ ਕਾਲ ਅੰਤ ਨੂੰ ਆਖਦੇ ਨੇ, ਵਿਕਾਲ ਜਨਮ ਨੂੰ ਆਖਦੇ ਨੇ। ਜਨਮ ਤੋਂ ਲੈ ਕੇ ਅੰਤ ਤੱਕ ਪਏ ਦੀਵਾਨੇ, ਜਿਹੜੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਦੀਵਾਨੇ ਹੋ ਗਏ ਨੇ ਨਾ, ਜਨਮ ਤੋਂ ਲੈ ਕੇ ਮਰਨ ਤੱਕ ਸ਼ਬਦ ਸਹਿਜ ਰਸ ਅੰਤਰ ਮਾਨੇ, ਉਹਨਾਂ ਨੇ ਪ੍ਰਭੂ ਪਰਮਾਤਮਾ ਦੇ ਸ਼ਬਦ ਦਾ ਸਹਿਜ ਰਸ ਹੈ ਜਿਹੜਾ, ਸਹਿਜ ਅਵਸਥਾ ਦਾ ਆਨੰਦ ਹੈ ਜਿਹੜਾ ਆਪਣੇ ਅੰਦਰ ਮਾਨਣਾ ਕੀਤਾ ਹੈ। ਜਨਮ ਤੋਂ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਜੋੜ ਲਈਏ ਤੇ ਮਰਨ ਤੱਕ ਜਿਨ੍ਹਾਂ ਨੇ ਨਿਭਾ ਲਈਏ, ਉਹਨਾਂ ਨੇ ਪਰਮਾਤਮਾ ਦੇ ਸ਼ਬਦ ਦੇ ਰਸ ਆਨੰਦ ਨੂੰ ਆਪਣੇ ਅੰਦਰ ਮਾਨਿਆ ਹੈ ਜੀ। ਆਪੇ ਮੁਕਤ ਤ੍ਰਿਪਤ ਵਰਤਾਤਾ, ਭਗਤ ਭਾਏ ਮਨ ਭਾਈ ਹੈ। ਆਪੇ ਮੁਕਤੀ ਦੇਣ ਵਾਲਾ, ਆਪੇ ਤ੍ਰਿਪਤੀ ਦੇਣ ਵਾਲਾ, ਵਰਦਾਤਾ, ਸਾਰੇ ਵਰ ਉਸੇ ਤੋਂ ਮਿਲਦੇ ਨੇ। ਭਗਤ ਪਾਏ ਮਨ ਭਾਈ ਹੈ, ਭਾਵਨਾ ਵਾਲੀ ਭਗਤੀ ਪਰਮਾਤਮਾ ਨੂੰ ਚੰਗੀ ਲੱਗਦੀ ਹੈ ਜੀ। ਆਪ ਨਿਰਾਲਮ ਗੁਰ ਕਮ ਗਿਆਨਾ, ਜੋ ਦੀਸੈ ਤਜ ਮਾਹੇ ਸਮਾਨਾ। ਇਹ ਵਾਹਿਗੁਰੂ ਤੂੰ ਨਿਰ ਆਲਮ ਹੈ। ਆਲਮ ਕਹਿੰਦੇ ਨੇ ਦੁਨੀਆ ਨੂੰ, ਨਿਰ ਤੂੰ ਦੁਨੀਆ ਤੋਂ ਨਿਰਲੇਪ ਹੈ। ਗੁਰ ਕਮ ਗਿਆਨਾ, ਤੇ ਗੁਰੂ ਦਾ ਜਿਹੜਾ ਗਮਤਾ ਵਾਲਾ ਗਿਆਨ ਹੈ ਉਹ ਤੂੰ ਦੇਣ ਵਾਲਾ ਹੈ। ਜੋ ਦਿਸੇ ਤੁਝ ਮਾਹੇ ਸਮਾਨਾ, ਜਿਹੜਾ ਵੀ ਦਿਸਦਾ ਹੈ ਉਹਦੇ ਵਿੱਚ ਤੂੰ ਵਿਆਪਕ ਹੈ ਤੇ ਤੇਰੇ ਵਿੱਚ ਸਮਾਇਆ ਹੋਇਆ ਹੈ ਜੀ। ਨਾਨਕ ਰੀਚ ਵਿਖਿਆ ਦਰ ਜਾਚੈ, ਮੈਂ ਦੀਜੈ ਨਾਮ ਵਧਾਈ ਹੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਨਾਨਕ, ਗੁਰੂ ਨਾਨਕ ਦੇਵ ਜੀ ਰਹਿਮਤ ਕਰ ਰਹੇ ਨੇ। ਨੀਚ, ਅਸੀਂ ਨੀਚ ਹਾਂ, ਭਿਖਿਆ ਦਰ ਜਾਂਚੇ, ਤੇਰੇ ਦਰ ਤੋਂ ਅਸੀਂ ਭਿਖਿਆ ਮੰਗਦੇ ਹਾਂ। ਮੈਂ ਦੀਜੇ ਨਾਮ ਵਡਾਈ ਹੈ, ਤੁਸੀਂ ਕਿਰਪਾ ਕਰੋ ਸਾਨੂੰ ਨਾਮ ਦੀ ਵਡਾਈ ਦੇਣੀ ਕਰੋ। ਇਤਨੀ ਕੁ ਸੇਵਾ ਆਪ ਸੰਗਤਾਂ ਨੇ ਪ੍ਰਵਾਨ ਕਰਨੀ। ਧੰਨ ਗੁਰੂ ਮਹਾਰਾਜ ਜੀ ਦਾ